ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜੀਵਨ ਬਹੁਪੱਖੀ ਹੈ। ਉਂਝ ਤੇ ਹਰ ਵਿਅਕਤੀ ਆਪਣੀ ਜ਼ਿੰਦਗੀ ਦਾ ਕੁਝ ਹਿੱਸਾ ਸਮਾਜਿਕ ਰੱਖਦਾ ਹੈ, ਧਾਰਮਿਕ ਰੱਖਦਾ ਹੈ ਔਰ ਜੀਵਨ ਦੇ ਕੁਝ ਆਧਾਰ ਰਾਜਨੀਤਿਕ ਨੇ। ਜੀਵਨ ਇਹਨਾਂ ਤਿੰਨਾਂ ਬਨੇਰਿਆਂ ਦੇ ਵਿੱਚੋਂ ਹੀ ਲੰਘਦਾ ਹੈ ਔਰ ਇਹ ਤਿੰਨ ਮਜ਼ਬੂਤ ਚਾਹੀਦੇ ਨੇ, ਮਹਾਨ ਚਾਹੀਦੇ ਨੇ। ਰਹਿਬਰੀ ਪੁਰਸ਼, ਧਾਰਮਿਕ ਇਨਸਾਨ, ਪੈਗੰਬਰੀ ਪੁਰਸ਼ ਅਸੀਂ ਉਸ ਨੂੰ ਕਹਿੰਦੇ ਹਾਂ ਜਿਸ ਦੇ ਜੀਵਨ ਦੇ ਇਹ ਤਿੰਨੇ ਪਹਿਲੂ ਉਸਾਰੂ ਹੋਣ ਔਰ ਸੰਸਾਰ ਨੂੰ ਪ੍ਰੇਰਨਾ ਦੇਣ ਵਾਲੇ ਹੋਣ, ਆਨੰਦ ਤੇ ਸੁਖ ਸ਼ਾਂਤੀ ਵੰਡਣ ਵਾਲੇ ਹੋਣ। ਨਾਨਕ ਨਾਮ ਜਾਪਦਾ ਹੈ, ਇਹ ਇਸ ਦੇਸ਼ ਦੀ ਭਾਸ਼ਾ ਦੇ ਚੋਂ ਨਹੀਂ ਆਇਆ, ਅਗੰਮੀ ਆਇਆ ਹੈ, ਅਨਾਹਤ ਤੋਂ ਆਇਆ ਹੈ, ਪਰਮਾਤਮਾ ਤੋਂ ਆਇਆ ਹੈ। ਸੰਸਕ੍ਰਿਤ ਵਿਆਕਰਣ ਦੇ ਗਿਆਨੀ ਨਾਨਕ ਦੇ ਅਰਥ ਇੰਜ ਕਰਦੇ ਨੇ, ਨਾ ਅਨੇਕ, ਜਿਹਦੇ ਚ ਅਨੇਕਤਾ ਨਹੀਂ, ਜਿਸ ਦੇ ਚ ਦੂਜੀ ਗੱਲ ਨਹੀਂ, ਜਿਸ ਦੇ ਚ ਕੋਈ ਦੁਬਦਾ ਨਹੀਂ, ਜੋ ਇੱਕ ਦੀ ਗੱਲ ਕਰਦਾ ਹੈ, ਇੱਕ ਨੂੰ ਸੁਣਦਾ ਹੈ, ਇੱਕ ਨੂੰ ਵੇਖਦਾ ਹੈ, ਇੱਕ ਨੂੰ ਸੋਚਦਾ ਹੈ ਔਰ ਇੱਕ ਦੀ ਹੀ ਚਰਚਾ ਕਰਦਾ ਹੈ, ਇੱਕ ਨੂੰ ਸੁਪਨਿਆਂ ਦੇ ਚ ਲਿਆਉਂਦਾ ਹੈ, ਇੱਕ ਦੀ ਹੀ ਝਲਕ ਜਾਗਰਤ ਅਵਸਥਾ ਦੇ ਚ ਦੇਖਦਾ ਹੈ। ਜਿਹਦਾ ਉਪਦੇਸ਼ ਇੱਕ ਦਾ ਹੈ, ਜਿਹਦਾ ਸੰਦੇਸ਼ ਇੱਕ ਦਾ ਹੈ, ਉਹਨੂੰ ਕਹਿੰਦੇ ਨੇ ਨਾਨਕ, ਨਾ ਅਨੇਕ, ਜਿਹਦੇ ਚ ਅਨੇਕਤਾ ਹੈ ਹੀ ਨਹੀਂ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਕਲਾਮ ਵੀ ਏਕੇ ਤੋਂ ਸ਼ੁਰੂ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਹਿਲਾ ਅਕਸ਼ਰ ਇੱਕ ਹੈ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸਾਰੀ ਵਿਚਾਰਧਾਰਾ ਇੱਕ ਦੇ ਆਲੇ ਦੁਆਲੇ ਘੁੰਮਦੀ ਹੈ, ਇੱਕ ਦੀ ਹੀ ਪਰਿਕਰਮਾ ਕਰਦੀ ਹੈ, ਏਕੇ ਦਾ ਹੀ ਅਨੁਸਰਨ ਕਰਦੀ ਹੈ, ਇੱਕ ਨੂੰ ਹੀ ਸਜਦਾ ਕਰਦੀ ਹੈ, ਇੱਕ ਨੂੰ ਹੀ ਪ੍ਰਣਾਮ ਕਰਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਾਰੀ ਵਿਚਾਰਧਾਰਾ ਦਰਅਸਲ ਇੱਕ ਦੀ ਵਿਚਾਰ ਔਰ ਧਰਮ ਦੀ ਇਹੀ ਬੁਨਿਆਦ ਹੈ ਕਿ ਸਮੂਹ ਬ੍ਰਹਿਮੰਡ ਦੀ ਅਨੇਕਤਾ ਦੇ ਵਿੱਚੋਂ ਇੱਕ ਨੂੰ ਲੱਭਿਆ ਜਾਏ, ਇੱਕ ਨੂੰ ਸਮਝਿਆ ਜਾਏ, ਇੱਕ ਨੂੰ ਵੇਖਿਆ ਜਾਏ ਔਰ ਇੱਕ ਦੀ ਪ੍ਰਾਪਤੀ ਕੀਤੀ ਜਾਏ। ਅਗਰ ਇੱਕ ਪ੍ਰਾਪਤ ਹੋ ਗਿਆ ਤਾਂ ਦੁਬਦਾ ਖਤਮ, ਅਗਰ ਇੱਕ ਨੂੰ ਵੇਖ ਲਿਆ ਤਾਂ ਫਿਰ ਦੁਤੀਆ ਨਾਸਤੀ। ਅਗਰ ਸਭ ਕੁਝ ਇੱਕ ਹੈ ਔਰ ਉਸ ਏਕੇ ਦੇ ਵਿੱਚ ਮੈਂ ਵੀ ਹਾਂ ਤਾਂ ਫਿਰ ਦੂਜਾ ਕੌਣ ਤੇ ਤੀਜਾ ਕੌਣ, ਫਿਰ ਕੌਣ ਵੈਰੀ, ਫਿਰ ਕੌਣ ਦੁਸ਼ਮਣ, ਫਿਰ ਕੌਣ ਛੋਟਾ, ਫਿਰ ਕੌਣ ਵੱਡਾ। ਦਰਅਸਲ ਮਨੁੱਖ ਦੀਆਂ ਤਮਾਮ ਸਮੱਸਿਆਵਾਂ ਦਾ ਸਮਾਧਾਨ ਵੀ ਇਹ ਹੀ ਹੈ ਕਿ ਮਨੁੱਖ ਇੱਕ ਨਾਲ ਜੁੜੇ ਤੇ ਏਕੇ ਨੂੰ ਸਮਝੇ। ਤੋ ਨਾਨਕ ਦੇ ਅਰਥ ਨੇ ਜਿਹਦੇ ਚ ਅਨੇਕਤਾ ਨਹੀਂ, ਤੇ ਨਾਨਕ ਦਾ ਉਪਦੇਸ਼ ਹੈ ਹਰ ਏਕ ਸਿਮਰ, ਏਕ ਸਿਮਰ, ਏਕ ਸਿਮਰ ਭਾਈ। ਇੱਕ ਦਾ ਹੀ ਚਿੰਤਨ ਕਰ, ਇੱਕ ਨੂੰ ਆਪਣੇ ਚੇਤੇ ਦੇ ਚ ਲਿਆ, ਇੱਕ ਨੂੰ ਆਪਣੇ ਵਿਚਾਰ ਮੰਡਲ ਦੇ ਚ ਲਿਆ। ਉਸ ਪੂਰਨ ਪੁਰਖ ਦਾ ਅਨੰਤ ਸਮਾਜਿਕ ਪਹਿਲੂ ਵੀ ਹੈ, ਰਾਜਨੀਤਿਕ ਪਹਿਲੂ ਵੀ ਹੈ ਔਰ ਦਰਅਸਲ ਜੋ ਧਾਰਮਿਕ ਪੁਰਸ਼ ਹੈ, ਜੋ ਏਕੇ ਨਾਲ ਜੁੜਿਆ ਹੈ, ਉਹਨੇ ਹਰ ਤਲ ਵਿੱਚ ਆਈਆਂ ਹੋਈਆਂ ਬੁਰਾਈਆਂ ਨੂੰ ਦੂਰ ਕਰਨਾ। ਸਮਾਜ ਦੇ ਤਲ ਦੇ ਉੱਤੇ ਜੋ ਬੁਰਾਈਆਂ ਆ ਚੁੱਕੀਆਂ ਸਨ ਤੇ ਨੈਤਿਕਤਾ ਜੋ ਘੋਰ ਅਨੈਤਿਕਤਾ ਦਾ ਰੂਪ ਧਾਰਨ ਕਰ ਚੁੱਕੀ ਸੀ, ਜਗਤ ਗੁਰੂ ਬਾਬੇ ਨੇ ਉਸ ਨੂੰ ਦੂਰ ਕਰਨ ਦੀ ਭਰਪੂਰ ਕੋਸ਼ਿਸ਼ ਕੀਤੀ। ਇਸ ਦੇਸ਼ ਦੇ ਬਲਕਿ ਸਾਰੀ ਦੁਨੀਆ ਦੇ ਵਿੱਚ ਉਹ ਦਿਨ ਖੁਸ਼ਕਿਸਮਤ ਦਿਨ ਸੀ, 1469 ਈਸਵੀ ਕੱਤਕ ਪੂਰਨਮਾਸ਼ੀ। ਦਰਅਸਲ ਭਾਗਾਂ ਭਰਾ ਦਿਨ ਸੀ ਜਦ ਮਹਾਰਾਜ ਦਾ ਆਗਮਨ ਹੋਇਆ ਔਰ ਆਗਮਨ ਦੇ ਨਾਲ ਹੀ ਦਿਨ ਤੇ ਰਾਤ ਸਦੀਵੀ ਯਾਦ ਬਣ ਗਏ। ਉਹ ਦਿਨ ਵੀ ਅਮਰ ਹੋ ਗਿਆ, ਉਹ ਰਾਤ ਵੀ ਅਮਰ ਹੋਈ, ਕਿਉਂਕਿ ਉਸ ਰਾਤ ਨੂੰ, ਉਸ ਦਿਨ ਨੂੰ ਇੱਕ ਅਮਰ ਪੁਰਸ਼ ਦਾ ਆਗਮਨ ਹੋਇਆ। ਅਮਰ ਪੁਰਸ਼ ਸਿਰਫ ਵਿਅਕਤੀਆਂ ਨੂੰ ਹੀ ਅਮਰ ਨਹੀਂ ਕਰਦੇ, ਬਲਕਿ ਦਿਨ ਨੂੰ ਵੀ ਅਮਰ ਕਰ ਦਿੰਦੇ ਨੇ, ਰਾਤ ਨੂੰ ਵੀ ਅਮਰ ਕਰ ਦਿੰਦੇ ਨੇ, ਸਾਲ ਨੂੰ ਵੀ ਅਮਰ ਕਰ ਦਿੰਦੇ ਨੇ। ਗੁਰੂ ਨਾਨਕ ਦੀ ਯਾਦ ਦੇ ਨਾਲ ਸਾਲ ਯਾਦ ਰਹੇਗਾ, ਗੁਰੂ ਨਾਨਕ ਦੀ ਯਾਦ ਦੇ ਨਾਲ ਦਿਨ ਯਾਦ ਰਹੇਗਾ, ਰਾਤ ਯਾਦ ਰਹੇਗੀ, ਕੱਤਕ ਦੀ ਪੂਰਨਮਾਸ਼ੀ ਯਾਦ ਰਹੇਗੀ। ਔਰ ਇਹ ਪੂਰਨਮਾਸ਼ੀ ਜੋ ਅਨੰਤ ਕਾਲ ਤੋਂ ਆ ਰਹੀ ਸੀ, ਗੁਰੂ ਨਾਨਕ ਦੀ ਆਮਦ ਦੇ ਨਾਲ ਅਮਰ ਹੋ ਗਈ, ਮਹਾਨ ਹੋ ਗਈ। ਆਪ ਦੀ ਆਗਮਨ, ਆਪ ਦਾ ਆਉਣਾ ਸੰਸਾਰ ਤੇ ਇਸ ਤਰ੍ਹਾਂ ਸੀ ਜੈਸੇ ਮਸਿਆ ਦੀ ਰਾਤ ਨੂੰ ਸੂਰਜ ਉਦੇ ਹੋ ਗਿਆ, ਪ੍ਰਕਾਸ਼ਮਾਨ ਹੋ ਗਿਆ। ਮਹਾਕਵੀ ਤੁਲਸੀ ਦਾ ਕਹਿਣਾ ਹੈ, ਜਬ ਜਬ ਹੋਏ ਧਰਮ ਕੀ ਹਾਨੀ,
बाहड़े असुर अधम अभिमानी, तब तब विवद धर प्रभु शरीरा, हरे कृपा निध सज्जन वीरा। दसम ग्रंथ ਦੇ ਵਿੱਚ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵਾਕ, ਜਬ ਜਬ ਹੋਏ ਅਰਿਸ਼ਟ ਅਪਾਰਾ, ਤਬ ਤਬ ਦੇ ਧਰਤ ਅਵਤਾਰਾ। ਜਦ ਜਦ ਸੰਸਾਰ ਦੇ ਵਿੱਚ ਅਨਰਥ ਹੁੰਦਾ ਹੈ, ਤਦ ਤਦ ਅਵਤਾਰੀ ਪੁਰਸ਼ ਸੰਸਾਰ ਤੇ ਆਉਂਦੇ ਨੇ। ਔਰ ਇਹ ਸ੍ਰੀ ਕ੍ਰਿਸ਼ਨ ਜੀ ਦੇ ਅਮਰ ਵਾਕ ਨੇ ਕਿ ਐ ਅਰਜਨ, ਜਦ ਜਦ ਵੀ ਧਰਮ ਦੀ ਗਿਲਾਨੀ ਤੇ ਹਾਨੀ ਹੁੰਦੀ ਹੈ, ਮੇਰਾ ਆਗਮਨ ਹੁੰਦਾ ਹੀ ਰਹਿੰਦਾ ਹੈ, ਮੈਂ ਆਉਂਦਾ ਹੀ ਰਹਿਣਾ। ਦਰਅਸਲ ਉਹ ਪਰਿਪੂਰਨ ਪ੍ਰਮਾਤਮਾ ਜੋਤੀਮਾਨ ਕਿਸੇ ਦੇ ਅੰਦਰ ਮਹਾਨ ਜੋਤ ਉਜਾਗਰ ਕਰਕੇ ਜਗਤ ਨੂੰ ਸੰਦੇਸ਼ ਤੇ ਉਪਦੇਸ਼ ਦੇਣ ਲਈ ਆਉਂਦਾ ਹੈ। ਬਹੁਤੀ ਗਰਮੀ, ਬਹੁਤੀ ਤਪਸ਼, ਕੜਕਦੀ ਹੋਈ ਲੋ, ਇਸ ਗੱਲ ਦਾ ਆਗਮਨ ਹੈ ਕਿ ਬਰਖਾ ਹੋਵੇਗੀ, ਬਰਸਾਤ ਹੋਵੇਗੀ। ਹੁਮ ਹੈ, ਗੁਮ ਹੈ, ਤਪਸ਼ ਹੈ, ਸੇਕ ਹੈ, ਲੂ ਹੈ। ਸਿਆਣੇ ਕਹਿੰਦੇ ਨੇ ਹੁਣ ਬਦਲਾਂ ਦੇ ਆਉਣ ਦੇ ਵਿੱਚ ਦੇਰੀ ਨਹੀਂ, ਹੁਣ ਬਰਖਾ ਦੇ ਹੋਣ ਦੇ ਵਿੱਚ ਦੇਰ ਨਹੀਂ ਹੈ। ਜ਼ੁਲਮ ਹੈ, ਤਸ਼ੱਦਦ ਹੈ, ਅਨਰਥ ਹੈ, ਘੋਰ ਅਤਿਆਚਾਰ ਹੈ। ਤੋ ਧਾਰਮਿਕ ਪੁਰਸ਼ ਕਹਿ ਦਿੰਦੇ ਨੇ ਕਿ ਹੁਣ ਪ੍ਰਭੂ ਕੋਈ ਨਾ ਕੋਈ ਅਵਤਾਰ ਧਾਰਨ ਕਰੇਗਾ। ਸਮਾਜਿਕ ਤੌਰ ਤੇ, ਰਾਜਨੈਤਿਕ ਤੌਰ ਤੇ ਔਰ ਧਾਰਮਿਕ ਤੌਰ ਤੇ ਜਦ ਇਹ ਦੇਸ਼ ਪਸਤੀਆਂ ਦੇ ਖੱਡੇ ਤੇ ਜਾ ਗਿਰਿਆ, ਉਦੋਂ ਗੁਰੂ ਨਾਨਕ ਦਾ ਆਗਮਨ ਹੋਇਆ, ਉਦੋਂ ਗੁਰੂ ਨਾਨਕ ਦਾ ਅਵਤਾਰ ਹੋਇਆ। ਤੁਲਸਾਂ ਦਾਈ ਦੇ ਮੁਖਾਰਬਿੰਦ ਤੋਂ ਨਿਕਲੇ ਬਚਨ, ਇਹ ਤੇ ਕੋਈ ਸੂਰੀਏ ਆਇਆ ਹੈ, ਇਹ ਤੇ ਕੋਈ ਆਫਤਾਬ ਆਇਆ ਹੈ। ਜਗਤ ਤੇ ਹਰ ਬੱਚਾ ਰੋਂਦਾ ਹੋਇਆ ਜਨਮ ਲੈਂਦਾ ਹੈ। ਇਹ ਠੀਕ ਹੈ ਕਿ ਪਸ਼ੂਆਂ ਦੇ ਬੱਚੇ ਖਾਮੋਸ਼ੀ ਨਾਲ ਜਨਮ ਲੈਂਦੇ ਨੇ, ਕਿਸੇ ਹੱਦ ਤੱਕ ਪੰਛੀਆਂ ਦੇ ਬੱਚੇ ਅੰਡਿਆਂ ਦੇ ਚੋਂ ਚਹਿਚਹਾਉਂਦੇ ਹੋਏ ਨਿਕਲਦੇ ਨੇ, ਪਰ ਮਨੁੱਖੀ ਬੱਚਾ ਰੋਂਦਾ ਹੋਇਆ ਹੀ ਜਨਮ ਲੈਂਦਾ ਹੈ। ਔਰ ਇਹ ਰੋਣਾ ਕਿਸੇ ਹੱਦ ਤੱਕ ਜੀਵਨ ਭਰ ਕਾਇਮ ਰਹਿੰਦਾ ਹੈ। ਰੋਂਦਾ ਹੋਇਆ ਜੰਮਦਾ ਹੈ, ਰੋਂਦਾ ਹੋਇਆ ਜੀਵਦਾ ਹੈ, ਔਰ ਰੋਂਦਾ ਹੋਇਆ ਹੀ ਮਰ ਜਾਂਦਾ ਹੈ। ਇਹ ਮਨੁੱਖ ਦਾ ਅਭਾਗ ਹੈ, ਮਨੁੱਖ ਦਾ ਦੁਰਭਾਗ ਹੈ। ਅਗਰ ਇਹ ਰੋਂਦਾ ਹੋਇਆ ਹੀ ਜੰਮਿਆ ਤੇ ਰੋਂਦਾ ਹੋਇਆ ਹੀ ਮਰ ਗਿਆ, ਜੀਵਨ ਯਾਤਰਾ ਨਿਸਫਲ ਚਲੀ ਗਈ, ਜ਼ਿੰਦਗੀ ਅਕਾਰਤ ਚਲੀ ਗਈ। ਐ ਪੁਰਖ, ਜੇ ਤੂੰ ਰੋਂਦਾ ਹੋਇਆ ਜੰਮਿਆ ਤਾਂ ਕਮ ਸੇ ਕਮ ਰੁਖਸਤ ਹੋਣ ਲੱਗਿਆ ਤੇ ਮੁਸਕਰਾਹਟ ਹੋਵੇ। ਅਗਰ ਰੁਖਸਤ ਹੋਣ ਲੱਗਿਆ ਮੁਸਕਰਾਹਟ ਹੈ ਤਾਂ ਸਮਝ ਲਓ ਜ਼ਿੰਦਗੀ ਸਫਲ ਹੋਈ, ਆਉਣਾ ਸਫਲ ਹੋਇਆ, ਜੀਵਣਾ ਸਫਲ ਹੋਇਆ। ਤੋ ਅਕਸਰ ਮਨੁੱਖੀ ਬੱਚੇ ਜਗਤ ਵਿੱਚ ਰੋਂਦੇ ਹੋਏ ਜਨਮ ਲੈਂਦੇ ਨੇ। ਰੂਹੇ ਜ਼ਮੀਨ ਤੇ ਇੱਕ ਐਸਾ ਕਾਰਾਮਦ ਮਹਾਨ ਪੁਰਸ਼ ਦਾ ਆਗਮਨ ਹੋਇਆ ਜੋ ਹੱਸਦਾ ਹੋਇਆ ਆਇਆ ਹੈ। ਔਰ ਤੁਲਸਾਂ ਹੈਰਾਨ ਹੈ, ਹੱਸਦੇ ਹੋਏ ਜਨਮ, ਬਾਲਕ ਦੇ ਬੁੱਲਾਂ ਤੇ ਮੁਸਕਰਾਹਟ ਹੈ, ਚਿਹਰੇ ਤੇ ਨੂਰ ਹੈ, ਹਾਸਾ ਹੈ, ਖਿੜਖੜਾਹਟ ਹੈ। ਇੱਥੇ ਤੱਕ ਹੀ ਕਹਿਣਾ ਪਏਗਾ ਕਿ ਜੋ ਰੋਂਦਾ ਹੋਇਆ ਆਇਆ ਹੈ ਇਹ ਰੋਵੇਗਾ, ਇਹ ਰੁਲਾਏਗਾ, ਪਰ ਜੋ ਹੱਸਦਾ ਹੋਇਆ ਆਇਆ ਹੈ, ਮੁਸਕਰਾਉਂਦਾ ਹੋਇਆ ਆਇਆ ਹੈ, ਇਹਨੇ ਖੇੜੇ ਵੰਡਣੇ ਨੇ, ਇਹਨੇ ਖੁਸ਼ੀਆਂ ਵੰਡਣੀਆਂ ਨੇ, ਇਹਨੇ ਹੱਸਣਾ ਹੈ, ਇਹਨੇ ਹਸਾਣਾ ਹੈ, ਇਹਨੇ ਜਗਤ ਦੀ ਝੋਲੀ ਦੇ ਵਿੱਚ ਆਨੰਦ ਪਾਣਾ ਹੈ ਤੇ ਖੁਸ਼ੀਆਂ ਪਾਣੀਆਂ ਨੇ। ਤੋ ਜਗਤ ਗੁਰੂ ਬਾਬੇ ਦਾ ਆਗਮਨ ਹੋਇਆ ਹੈ ਮੁਸਕਰਾਉਂਦੇ ਹੋਇਆ, ਹੱਸਦੇ ਹੋਇਆ। ਪਿਤਾ ਕਾਲੂ ਜੀ ਦੀ, ਤ੍ਰਿਪਤਾ ਜੀ ਦੀ ਪਹਿਲੀ ਔਲਾਦ ਦਾ ਜਨਮ ਕਾਲੂ ਜੀ ਦੇ ਸਹੁਰੇ ਪਰਿਵਾਰ ਵਿੱਚ ਹੋਇਆ। ਤ੍ਰਿਪਤਾ ਜੀ ਦਾ ਉਹਨਾਂ ਦਿਨਾਂ ਵਿੱਚ ਵਾਸਾ ਮਾਤਾ ਪਿਤਾ ਦੇ ਘਰ ਵਿੱਚ ਸੀ। ਬੱਚੀ ਦਾ ਜਨਮ ਹੋਇਆ ਤੇ ਨਾਨੀ ਦੀ ਰਸਨਾ ਤੋਂ ਨਿਕਲਿਆ ਇਹ ਤੇ ਨਾਨਕਿਆਂ ਦੀ। ਨਾਨੀ ਦਾ ਬੜਾ ਪਿਆਰ ਬਈ ਇਹ ਤੇ ਨਾਨੀ ਦੀ ਹੈ, ਨਾਨੇ ਦਾ ਬੜਾ ਪਿਆਰ ਬਈ ਇਹ ਤੇ ਨਾਨੇ ਦੀ ਹੈ। ਤੇ ਜਦ ਨਾਨੇ ਦੇ ਮੂੰਹੋਂ ਨਿਕਲਿਆ ਇਹ ਨਾਨੇ ਦੀ ਹੈ, ਨਾਨੀ ਦੇ ਮੂੰਹੋਂ ਨਿਕਲਿਆ ਇਹ ਨਾਨੀ ਦੀ ਹੈ, ਤਾਂ ਪਰਿਵਾਰ ਦੇ ਵਿੱਚ ਇਹ ਗੱਲ ਚੱਲ ਪਈ ਇਹ ਤੇ ਨਾਨਕਿਆਂ ਦੀ। ਨਾਂ ਪੈ ਗਿਆ ਨਾਨਕੀ। ਇਹ ਨਾਮ ਧੁਰ ਦਰਗਾਹੋਂ ਆਇਆ, ਸੁਭਾਵਕ ਆਇਆ, ਅੰਤਰ ਆਤਮੇ ਚੋਂ ਇਸ ਨਾਮ ਨੇ ਜਨਮ ਲਿਆ ਨਾਨਕੀ। ਮੁੱਦਤ ਪਾ ਰਾਏ ਭੋਏ ਦੀ ਤਲਵੰਡੀ ਵਿੱਚ ਕੱਤਕ ਦੀ ਪੂਰਨਮਾਸ਼ੀ ਨੂੰ ਸਨ 1469 ਈਸਵੀ ਨੂੰ ਤ੍ਰਿਪਤਾ ਜੀ ਦੀ ਕੁੱਖ ਤੋਂ ਪਿਤਾ ਕਲਿਆਣ ਦਾਸ ਜੀ ਦੇ ਘਰ ਵਿੱਚ ਦੂਸਰੀ ਔਲਾਦ ਦਾ ਜਨਮ ਹੋਇਆ। ਔਰ ਤ੍ਰਿਪਤਾ ਜੀ ਨੇ ਇਸ ਬਾਲਕ ਨੂੰ ਚੁੱਕ ਕੇ ਨਾਨਕੀ ਦੀ ਗੋਦ ਵਿੱਚ ਪਾਇਆ, ਉਸ ਮਾਸੂਮ ਨਾਨਕੀ ਦੀ ਗੋਦ ਵਿੱਚ, ਤੇ ਆਖਿਆ ਇਹ ਨਾਨਕੀ ਦਾ ਨਾਨਕ
ਇਹ ਨਾਨਕੀ ਦਾ ਵੀਰ ਨਾਨਕ। ਇਸ ਤਰ੍ਹਾਂ ਇੱਕ ਮਾਂ ਦੇ ਮੂੰਹੋਂ ਨਾਮ ਨਿਕਲਿਆ ਔਰ ਇੱਕ ਨਾਮ ਮਾਤਾ ਦੇ ਮੂੰਹੋਂ ਨਿਕਲਿਆ। ਭਾਵ ਪੁੱਤਰੀ ਦਾ ਨਾਮ ਨਾਨੀ ਨੇ ਰੱਖਿਆ, ਪੁੱਤਰ ਦਾ ਨਾਮ ਮਾਤਾ ਨੇ ਰੱਖਿਆ। ਕਿਸੇ ਰਸਮੋ ਰਿਵਾਜ ਦੀ ਛਾਪ ਨਹੀਂ, ਬਲਕਿ ਇਹਨਾਂ ਨਾਮਾਂ ਦੇ ਉੱਤੇ ਨਿਰੰਕਾਰ ਦੀ ਛਾਪ ਹੈ, ਕਰਤਾਰ ਦੀ ਛਾਪ ਹੈ, ਪਰਮਾਤਮਾ ਦੀ ਛਾਪ ਹੈ। ਇਸ ਤਰ੍ਹਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਨਾਮ ਸੰਸਕਾਰ ਹੋ ਗਿਆ ਔਰ ਦੁਨੀਆ ਦੇ ਵਿੱਚ ਵਾਕਈ ਇਹ ਪਹਿਲਾ ਨਾਮ, ਇਹ ਅਦੁੱਤੀ ਨਾਮ। ਕਯਾਮਤ ਨਾਮੇ ਦੇ ਬਾਣੀ ਵੱਡੀ ਨਿਆਮਤ ਦੀ ਸ਼ਾਹ ਦਾ ਕਹਿਣਾ ਹੈ, ਬੂਦ ਨਾਨਕ ਆਰਫੇ ਮਰਦੇ ਖੁਦਾ, ਰਾਜ਼ ਹਾਏ ਮਾਰਫਤ ਜੋ ਰਾਹੇ ਖੁਸ਼ਾ। ਜਗਤ ਦੇ ਵਿੱਚ ਇੱਕ ਨਾਨਕ ਨਾਮ ਦਾ ਖੁਦਾਵੰ ਤਾਲਾ ਦਾ ਨਜ਼ਦੀਕੀ, ਖੁਦਾ ਦੇ ਰਾਜ਼ ਨੂੰ ਸਮਝਣ ਵਾਲਾ ਪ੍ਰਗਟ ਹੋਵੇਗਾ, ਜੋ ਦੁਨੀਆ ਦੇ ਉੱਤੇ ਖੁਦਾ ਦੇ ਗੁੱਝੇ ਭੇਦ ਮਨਜ਼ਰ ਆਮ ਕਰੇਗਾ, ਪ੍ਰਗਟ ਕਰੇਗਾ ਔਰ ਜੋ ਇੱਕ ਸਿੱਧਾ ਤੇ ਸਰਲ ਤੇ ਸੌਖਾ ਮਾਰਗ ਪਰਮਾਤਮਾ ਦੀ ਪ੍ਰਾਪਤੀ ਦਾ ਜਗਤ ਨੂੰ ਦੱਸੇਗਾ। ਬੂਦ ਨਾਨਕ ਆਰਫੇ ਮਰਦੇ ਖੁਦਾ, ਰਾਜ਼ ਹਾਏ ਮਾਰਫਤ ਜੋ ਰਾਹੇ ਕੁਸ਼ਾ। ਸੋ ਇਸ ਤਰੀਕੇ ਦੇ ਨਾਲ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਆਗਮਨ ਹੋਇਆ ਤੇ ਆਪ ਸਹਿਜੇ ਸਹਿਜੇ ਵੱਡੇ ਹੋ ਰਹੇ ਨੇ। ਬੱਚਿਆਂ ਨਾਲ ਆਪ ਖੇਡਦੇ ਨੇ, ਪਰ ਖੇਡਦੇ ਚ ਵੀ ਧੁਨੀ ਸਤਨਾਮ ਦੀ ਲਾਉਂਦੇ ਨੇ। ਆਮ ਲੋਕਾਂ ਦਾ ਤਾਂ ਕਿਸੇ ਹੱਦ ਤੱਕ ਧਰਮ ਵੀ ਖੇਡ ਹੈ, ਖਿਲੌਣਾ ਹੈ, ਪਰ ਬਾਬੇ ਦਾ ਖੇਡਣਾ ਵੀ ਧਰਮ ਹੈ, ਸਾਧਨਾ ਹੈ, ਸਮਾਧੀ ਹੈ। ਭਗਤ ਕਬੀਰ ਜੀ ਮਹਾਰਾਜ ਕਹਿੰਦੇ ਨੇ, ਮਾਥੇ ਤਿਲਕ ਹੱਥ ਮਾਲਾ ਬਾਨਾ, ਲੋਗਨ ਰਾਮ ਖਿਡੌਣਾ ਜਾਣਾ। ਲੋਕਾਂ ਨੇ ਰੱਬ ਨੂੰ ਖਿਡੌਣਾ ਹੀ ਸਮਝਿਆ ਔਰ ਖਿਡੌਣੇ ਨਾਲ ਤੇ ਮਨੁੱਖ ਖੇਡਦਾ। ਤੋ ਜਗਤ ਲਈ ਧਰਮ ਇੱਕ ਖਿਡੌਣਾ ਹੈ, ਇੱਕ ਖੇਡ ਹੈ, ਪਰ ਬਾਬੇ ਲਈ ਖੇਡ ਵੀ ਧਰਮ ਹੈ, ਬਾਬੇ ਲਈ ਖੇਡ ਵੀ ਪਰਮਾਤਮਾ ਹੈ, ਬਾਬੇ ਲਈ ਖੇਡਣਾ ਵੀ ਸਮਾਧੀ ਹੈ। ਤੋ ਆਪ ਬੱਚਿਆਂ ਨਾਲ ਖੇਡਦੇ ਨੇ, ਗੱਲ ਸਤਨਾਮ ਦੀ ਕਰਦੇ ਨੇ, ਗੱਲ ਪਰਮਾਤਮਾ ਦੀ ਕਰਦੇ ਨੇ, ਗੱਲ ਅਕਾਲ ਪੁਰਖ ਦੀ ਕਰਦੇ ਨੇ ਔਰ ਇਸ ਬਿਸਮਾਦ ਅਵਸਥਾ ਚ ਕਰਦੇ ਨੇ। ਇਤਨੇ ਰੰਗੇ ਹੋਏ ਢੰਗ ਨਾਲ ਕਰਦੇ ਨੇ, ਇਤਨੀ ਇਕਾਗਰਤਾ ਦੇ ਨਾਲ ਕਰਦੇ ਨੇ ਕਿ ਆਪ ਦੀ ਇਕਾਗਰਤਾ ਦਾ ਅਸਰ ਬੱਚਿਆਂ ਤੇ ਵੀ ਪਿਆ ਹੈ ਔਰ ਬੱਚੇ ਵੀ ਸਮਾਧੀ ਲੀਨ ਹੋਏ। ਧਨ ਨੇ ਉਹ ਬੱਚੇ ਜਿਨ੍ਹਾਂ ਨੂੰ ਗੁਰੂ ਨਾਨਕ ਦੇ ਸੰਗ ਖੇਡਣਾ ਨਸੀਬ ਹੋਇਆ ਔਰ ਗੁਰੂ ਨਾਨਕ ਦੇ ਸੰਗ ਸਮਾਧੀ ਲਾਣ ਦੀ ਜਾਚ ਆਈ ਔਰ ਗੁਰੂ ਨਾਨਕ ਦੇ ਬੋਲ ਨੂੰ ਸੁਣ ਕੇ ਉਹ ਪ੍ਰਮਾਤਮਾ ਨਾਲ ਜੁੜੇ, ਅਕਾਲ ਪੁਰਖ ਦੇ ਨਾਲ ਜੁੜੇ। ਆਪ ਦੀਆਂ ਇਹਨਾਂ ਰੁਚੀਆਂ ਨੂੰ ਵੇਖ ਕੇ ਮਾਤਾ ਪਿਤਾ ਨੂੰ ਚਿੰਤਾ ਜ਼ਰੂਰ ਹੋਈ। ਲਿਹਾਜ਼ਾ ਆਪ ਜਦ ਗਾਲਬਨ 8 ਵਰ੍ਹਿਆਂ ਦੇ ਹੋਏ ਤਾਂ ਮਾਤਾ ਪਿਤਾ ਨੇ ਗੋਪਾਲ ਪਾਂਦੇ ਕੋਲ ਬਿਠਾਇਆ। ਗੋਪਾਲ ਜੀ, ਆਪ ਇਹਨਾਂ ਨੂੰ ਵਕਤ ਦੀ ਵਿਦਿਆ ਪੜਾਓ, ਵਕਤ ਦਾ ਗਿਆਨ ਦਿਓ ਔਰ ਇਹ ਪਟਵਾਰੀ ਦੇ ਪੁੱਤਰ ਨੇ, ਇਹਨਾਂ ਨੇ ਕੰਮ ਧੰਦਾ ਕਰਨਾ ਹੈ, ਵਪਾਰ ਕਰਨਾ ਹੈ, ਹੋਰ ਪਸਾਰਾ ਇਹਨਾਂ ਨੇ ਪਸਾਰਨਾ ਹੈ। ਇਸ ਲਈ ਆਪ ਇਹਨਾਂ ਨੂੰ ਮਹਾਨ ਵਿਦਵਾਨ ਬਣਾਓ। ਕਹਿੰਦੇ ਨੇ ਪਾਠਸ਼ਾਲਾ ਦੇ ਵਿੱਚ ਜਦ ਗੁਰੂ ਨਾਨਕ ਦੀ ਤਖਤੀ ਦੇ ਉੱਤੇ ਗੋਪਾਲ ਪਾਂਦੇ ਨੇ ਊੜਾ ਲਿਖਿਆ ਔਰ ਊੜਾ ਇਸ ਗੱਲ ਦੀ ਸੂਚਨਾ ਵੀ ਹੈ ਕਿ ਇਹ ਲਿਪੀ ਗੁਰੂ ਨਾਨਕ ਤੋਂ ਪਹਿਲੇ ਸੀ ਔਰ ਇਹ ਲਿਪੀ ਕੁਝ ਐਸੀਆਂ ਪੁਸਤਕਾਂ ਦੇ ਵਿੱਚ ਵੀ ਮਿਲੀ ਹੈ ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਪਹਿਲੇ ਦੀਆਂ ਲਿਖੀਆਂ ਹੋਈਆਂ ਨੇ। ਲਿਹਾਜ਼ਾ ਭਾਸ਼ਾ ਵਿਭਾਗ ਨੇ ਵੀ ਇਸ ਸੰਬੰਧ ਦੇ ਸੋਧ ਕਰਕੇ ਦਾਅਵਾ ਕੀਤਾ ਹੈ ਕਿ ਲਿਪੀ ਬਹੁਤ ਪੁਰਾਣੀ ਸਿਰਫ ਇਸ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਅਪਣਾਇਆ ਹੈ ਤੇ ਅਪਣਾਉਣ ਕਰਕੇ ਇਸ ਲਿਪੀ ਦਾ ਨਾਮ ਪੈ ਗਿਆ ਗੁਰਮੁਖੀ। ਇਸ ਲਿਪੀ ਦੀ ਪੜ੍ਹਾਈ ਜਾਰੀ ਕੀਤੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਔਰ ਬਾਅਦ ਵਿੱਚ ਸਹਿਜੇ ਸਹਿਜੇ ਇਹ ਲਿਪੀ ਪੰਜਾਬ ਦੇ ਭਾਸ਼ਾਵਾਂ ਵਿੱਚ ਔਰ ਬੋਲਚਾਲ ਵਿੱਚ ਅੱਖਰਾਂ ਵਿੱਚ ਲਿਖੀ ਜਾਣ ਲੱਗੀ ਔਰ ਇਸ ਢੰਗ ਦੇ ਨਾਲ तमाम ਧਾਰਮਿਕ ਸਿੱਖ ਜਗਤ ਦਾ ਸਾਹਿਤ, ਇਤਿਹਾਸ, ਗਿਆਨ ਇਸ ਲਿਪੀ ਦੇ ਵਿੱਚ ਲਿਖਿਆ ਗਿਆ। ਊੜਾ ਲਿਖਿਆ ਗੋਪਾਲ ਪਾਂਦੇ ਨੇ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਪੁੱਛਦੇ ਨੇ ਇਸ ਦਾ ਅਰਥ। ਤੋ ਪਾਂਦਾ ਕਹਿੰਦਾ ਇੱਕ ਅੱਖਰ ਦਾ ਤੇ ਕੋਈ ਅਰਥ ਨਹੀਂ, ਆਖਿਰ ਇੱਕ ਦੋ ਅਕਸ਼ਰ ਜੁੜਨ ਪੂਰਾ ਸ਼ਬਦ ਬਣੇ ਤੇ ਫਿਰ ਉਸ ਦੇ ਅਰਥ ਹੋ ਸਕਦੇ ਨੇ। ਇੱਕ ਦਾ ਤੇ ਕੋਈ ਅਰਥ ਨਹੀਂ, ਊੜੇ ਦਾ ਤੇ ਕੋਈ ਅਰਥ ਨਹੀਂ। ਤੋ ਬਾਲਕ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਪਾਂਦਾ ਜੀ ਇਹ ਊੜਾ ਬੇਮੈਨੀ ਹੈ। ਹਾਂ, ਬੇਮੈਨੀ ਹੈ, ਇਹਦੇ ਕੋਈ ਮੈਨੇ ਨਹੀਂ।
इस दा कोई अर्थ नहीं। तो गुरु नानक देव जी महाराज एकदम अपने वस्त्र झाड़ के खड़े हो गए और कहने लगे, पांदा जी फिर बेमैनी अखर मैं नहीं पढ़ने, और इस दुनिया दे मैं बेमैनी अखर पढ़न वास्ते नहीं आया। जिस अखर का कोई मकसद नहीं, जिस अखर का कोई अर्थ नहीं, जिस लफ्ज दे कोई मैने नहीं, वो मैं नहीं पढ़ने। आप जैसे चले ने ते पांदे ने डांट के रोकया, नानक जी गल सुनो, एक अखर का कोई मैना नहीं आता, एक अखर दे कोई अर्थ नहीं आते। सतगुरु देव जी महाराज कहने लगे, जे अर्थ आउंदे होवन ते ऊड़ा भी किसी दिशा की प्रेरणा देंदी है, ऐड़ा भी किसी मार्ग की सूचना देंदा है, सस्सा भी किसी होंद नाल जोड़दा है, ते कक्का भी किसी दुनिया दे पहुंचांदा है। तो हैरान हो गया पांदा, और वो कहंदा है ये नामुमकिन है, ऐसा नहीं हो सकता कि एक अखर दे भी कोई मैने हो, कोई अर्थ हो, लिख के दसो, मैनू दसो। तो मेरे पातशाह ने अपने उस्ताद के सामने पट्टी लिखी है, पांदे दे सामने पट्टी लिखी है, और ये पट्टी गुरु ग्रंथ साहब जी महाराज दे आसा राग के अंदर दर्ज है, और जिसका सिरलेख है आसा मल्ला पहला पट्टी लिखी। गुरु नानक ने तख्ती लिखी, गुरु नानक ने पट्टी लिखी, जिसनू पढ़ के पांदा समाधि दे चला गया। सस्से सोए सृष्ट जिन साजी, सबना कारण एक भया। ऐ पांदे तू सस्से तू ए प्रेरणा क्यों नहीं लेंदा कि उसने ही सारी सृष्टि की साजना की है, वही साजनहार है। सस्से तू ये प्रेरणा लै के वह साजनहार है, वो सृष्टि का रचयिता है। गुरु ग्रंथ साहब जी महाराज दे आप दी पट्टी है, गुरु अर्जन देव जी महाराज की 52 अखरी है, ते भगत कबीर जी महाराज की 52 अखरी है। एक एक अखर तो परमात्मा की दिशा की प्रेरणा लैनी। जैसे भगत कबीर भी कहते, ओ अंकार आद मैं जाना, लिखे अर मेठे ताए न माना। ऊड़े तो मैं ये प्रेरणा ले कि वो जो ओ अंकार है वो अनादि है, वो मेटिया नहीं जा सकता, वो बनाया नहीं जा सकता, वो आकार तो रहत है। मैं इस ऊड़े तो वो अंकार की प्रेरणा ली है, मैं इस ऊड़े तो वो अंकार दे नाल जुड़िया, और मैनू इस ऊड़े ने एके दा बोध करा दिता है। दरअसल कबीर दा ते ऐसा कहना है, अखर अंदर त्रिभुवन धारे। अखरां दे ही ते तीन लोकां दा ज्ञान है। ते गुरु नानक देव जी महाराज दा भी फरमान, अखरी नाम अखरी साला अखरी ज्ञान, गीत गुण गा अखरी लिखण, बोलन बाण अखरां सिर संजोग वखाण। जगत दे सारे संजोग विजोग ज्ञान ध्यान, संगीत गाना बजाना, इहदी सारी विद्या अखरां दे विच है। इस वास्ते गुंगा मनुख ना कवि हो सकता है, ना दार्शनिक हो सकता है, ना संगीतकार हो सकता है। जिंदगी दे हर पहलू दे द्वार गुंगे लई बंद हो जाते हैं, क्योंकि उहदे कोल अखर कोई नहीं। आवाज है, अल्फाज नहीं, धुन ते है पर अक्षर नहीं है। ते अक्षरां दे नाल ही ते जगत दा ज्ञान दिता जाता है और लिता जाता है। इस वास्ते गुरु बाबा ते दावे नाल कहंदे ने, अखरी नाम अखरी साला अखरी ज्ञान, गीत गुण गा। अखरां दे गीत होवे, अखरां दे ज्ञान होवे, ते अखरां दे बोध नाल परमात्मा दा बोध मिले। वो अखर बेमैनी नहीं हो सकते। एक एक अखर दे कोई मैना है, एक एक अखर किसी दिशा की प्रेरणा है, और एक एक अखर दे विच अमृत रस भरिया होया है। अगर अखरां दा बोध होवे, उस तख्ती नूं पढ़ के, उस पट्टी नूं पढ़ के, गुरु नानक दी बांह पकड़ के पांदा पिता कल्याण दास जी पास आया और आखण लगा, पटवारी जी, मेहता जी, थोड़े इस बालक नूं मैं नहीं पढ़ा सकता, और हकीकत यह है, सच्चाई ये है, ये जगत विच पढ़न वास्ते नहीं आया, पढ़ाण वास्ते आया है। ये कुछ समझण लई नहीं आया, ये समझाण लई आया है। जन्मां जन्मांतरां दे बंद द्वार अज इसने मेरे खोल दिते ने। अज मेरे द्वार, मेरे कपाट खुल गए ने। अज मैनू हकीकत का बोध होया है। मैं बहुत कुछ पढ़ाया है, बहुत कुछ पढ़ाया है, पर अफसोस मैं तो एक अखर भी नहीं पढ़िया। पर अज ये जो मेरे कोल बालक पढ़न आया है, इन्हें मैनू बहुत कुछ पढ़ा दिता। एक अखर विच बहुत कुछ पढ़ा दिता, बहुत सारा बोध करा दिता, बहुत सारा ज्ञान करा दिता। तो साहिब श्री गुरु नानक देव जी महाराज नूं जद इस ढंग नाल पांदा नहीं पढ़ा सकिया, तो मजबूर होके पिता कल्याण दास जी ने मौलवी पास बिठाया। आख्या, मौलवी साहब तुसी पर्शियन पढ़ाओ, इन्हां नूं फारसी पढ़ाओ। तां गुरु नानक दा उत्थे भी यही प्रश्न सी। मौलवी साहब
ਅਲਫ ਦੇ ਮਾਇਨੇ ਦੱਸੋ, ਅਲਫ ਦੇ ਅਰਥ ਦੱਸੋ। ਤੇ ਮੌਲਵੀ ਨੇ ਸਿਰ ਠੋਕ ਕੇ ਕਹਿ ਦਿੱਤਾ, ਅਲਫ ਇਹਦੇ ਕੋਈ ਮਾਇਨੇ ਨਹੀਂ। ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ, ਅਲਫ ਤੇ ਆਪਣੇ ਵਿੱਚ ਅੱਲਾ ਨੂੰ ਛੁਪਾਈ ਬੈਠਾ। ਜੋ ਅਲਫ ਦਾ ਉਚਾਰਨ ਨਹੀਂ ਕਰ ਸਕਦਾ ਉਹ ਅੱਲਾ ਦਾ ਉਚਾਰਨ ਕਿਸ ਤਰ੍ਹਾਂ ਕਰੇਗਾ? ਤੇ ਜੋ ਅੱਲਾ ਦਾ ਉਚਾਰਨ ਨਹੀਂ ਕਰ ਸਕਦਾ ਉਹ ਅੱਲਾ ਨਾਲ ਜੁੜੇਗਾ ਕਿਸ ਤਰ੍ਹਾਂ? ਅੱਲਾ ਨੂੰ ਸਮਝੇਗਾ ਕਿਸ ਤਰ੍ਹਾਂ? ਤਾਂ ਅਲਫ ਤੇ ਕਿਸੇ ਮਾਰਗ ਦੀ ਪ੍ਰੇਰਨਾ ਹੈ, ਅਲਫ ਤੇ ਕਿਸੇ ਨਾਲ ਜੁੜਨ ਦਾ ਬਹਾਨਾ ਹੈ, ਅਲਫ ਤੇ ਕਿਸੇ ਮੰਜ਼ਿਲੇ ਮਕਸੂਦ ਤੱਕ ਪਹੁੰਚਣ ਦਾ ਇੱਕ ਸਹਾਰਾ ਹੈ। ਗੁਰੂ ਨਾਨਕ ਨੇ ਇਹ ਬਚਨ ਇਤਨੇ ਬਿਸਮਾਦੀ ਰੰਗ ਵਿੱਚ ਕਹੇ, ਇਤਨੀ ਇਕਾਗਰਤਾ ਵਿੱਚ ਕਹੇ, ਇਤਨੀ ਮਸਤੀ ਵਿੱਚ ਕਹੇ ਕਿ ਹੰਕਾਰੀ ਮੌਲਵੀ ਦਾ ਮਸਤਕ ਝੁਕ ਗਿਆ। ਔਰ ਆਪਨੇ ਗੁਰੂ ਨਾਨਕ ਦੀ ਕਦਮ ਬੋਸੀ ਕੀਤੀ, ਆਖਿਆ ਹਾਂ ਇਹ ਅਲਫ ਤੇ ਅੱਲਾ ਦਾ ਹੀ ਸੂਚਕ ਹੈ, ਇਹ ਅੱਲਾ ਹੀ ਅਲਫ ਦੇ ਸਮਾਇਆ ਹੋਇਆ ਹੈ ਤੇ ਇਹ ਅਲਫ ਹੀ ਅੱਲਾ ਨੂੰ ਪ੍ਰਗਟ ਕਰਦਾ ਹੈ। ਜਦ ਪਿਤਾ ਕਾਲੂ ਮਾਯੂਸ ਹੋਏ ਇਸ ਗੱਲ ਤੋਂ ਕਿ ਮੌਲਵੀ ਨੇ ਔਰ ਪਾਂਦੇ ਨੇ ਵੀ ਗੁਰੂ ਨਾਨਕ ਨੂੰ ਪੜਾਇਆ ਨਹੀਂ, ਤਾਂ ਆਪ ਨੇ ਸਵੈਮ ਕੋਸ਼ਿਸ਼ ਕੀਤੀ ਕਿ ਅਸੀਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਕੁਝ ਦਸੀਏ। ਪਰ ਜਿਤਨਾ ਪਿਤਾ ਕਾਲੂ ਜੀ ਜਗਤ ਬਾਰੇ ਦੱਸਦੇ ਨੇ, ਉਤਨਾ ਗੁਰੂ ਨਾਨਕ ਦੇਵ ਜੀ ਜਗਤ ਦੇ ਕਰਤੇ ਬਾਰੇ ਗੱਲ ਕਰਦੇ ਨੇ। ਜਿਤਨਾ ਪਿਤਾ ਕਾਲੂ ਸੰਸਾਰ ਦੀ ਗੱਲ ਕਰਦਾ ਹੈ, ਉਸ ਤੋਂ ਵੱਧ ਕਈ ਗੁਣਾ ਗੁਰੂ ਨਾਨਕ ਦੇਵ ਜੀ ਮਹਾਰਾਜ ਨਿਰੰਕਾਰ ਦੀ ਗੱਲ ਕਰਨ। ਜਿਤਨੀ ਗੱਲ ਪਿਤਾ ਕਾਲੂ ਵਪਾਰ ਦੀ ਕਰੇ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਤਨੀ ਹੀ ਗੱਲ ਕਰਤਾਰ ਦੀ ਕਰਨ। ਵਪਾਰ ਤੇ ਕਰਤਾਰ ਦਾ ਤਾਲਮੇਲ ਨਾ ਬੈਠੇ, ਸੰਸਾਰ ਤੇ ਨਿਰੰਕਾਰ ਦਾ ਤਾਲਮੇਲ ਨਾ ਬੈਠੇ, ਔਰ ਇਸ ਤਾਲਮੇਲ ਨਾ ਬੈਠਣ ਕਰਕੇ ਪਿਤਾ ਤੇ ਪੁੱਤਰ ਦਾ ਵੀ ਤਾਲਮੇਲ ਨਾ ਬੈਠੇ। ਔਰ ਪਿਤਾ ਔਖਾ ਹੀ ਰਿਹਾ, ਜੈਸੇ ਜਗਤ ਦੇ ਰਹਿਬਰੀ ਪੁਰਸ਼ਾਂ ਤੋਂ ਮਾਂ-ਬਾਪ ਔਖੇ ਰਹੇ ਨੇ, ਉਂਝ ਵੀ ਸਿਆਣੇ ਕਹਿੰਦੇ ਨੇ ਕਿ ਮਹਾਂਪੁਰਸ਼ਾਂ ਤੋਂ ਗਾਲਬਨ ਤਿੰਨ ਲੋਕ ਫਾਇਦਾ ਨਹੀਂ ਉਠਾ ਸਕਦੇ। ਪ੍ਰਥਮ ਮਾਂ-ਬਾਪ, ਦੂਸਰੇ ਸ਼ਰੀਕ ਔਰ ਤੀਸਰੇ ਦੁਸ਼ਮਣ। ਇਹ ਮਹਾਂਪੁਰਸ਼ ਨੂੰ ਬਹੁਤ ਨੇੜਿਓਂ ਨਹੀਂ ਵੇਖ ਸਕਦੇ ਔਰ ਨਾ ਹੀ ਜੋ ਹੈ ਸਮਝ ਸਕਦੇ ਨੇ। ਇਸ ਵਾਸਤੇ ਉਹ ਉੱਪਰੋਂ ਵੇਖਦੇ ਨੇ ਤੇ ਦੂਰੀ ਬਣੀ ਰਹਿੰਦੀ ਹੈ, ਸੰਬੰਧ ਨਹੀਂ ਜੁੜਦਾ। ਤਾਂ ਪਿਤਾ ਕਾਲੂ ਨੂੰ ਇਸ ਗੱਲ ਦੀ ਚਿੰਤਾ ਹੋਈ ਕਿ ਮੇਰੇ ਘਰ ਦੇ ਤੇ ਉਹ ਪੁੱਤਰ ਆ ਗਿਆ ਹੈ ਜੋ ਸੁਦਾਈ ਹੈ, ਪਰ ਕੌਣ ਪਿਤਾ ਕਲਿਆਣ ਦਾਸ ਨੂੰ ਸਮਝੇ ਔਰ ਦਸਾਵੇ ਕਿ ਕਲਿਆਣ ਦਾਸ ਜੀ, ਪਿਤਾ ਕਾਲੂ ਜੀ ਇਹ ਸੁਦਾਈ ਨਹੀਂ, ਇਹ ਸਾਰੇ ਜਗਤ ਨੂੰ ਮਤ ਦੇਣ ਆਇਆ ਹੈ, ਇਹ ਸਾਰੇ ਜਗਤ ਦੇ ਭੂਤ ਨੇ ਉਤਾਰਨ ਆਇਆ ਹੈ, ਇਹ ਸਮਗਰ ਜ਼ਿੰਦਗੀ ਨੂੰ ਇੱਕ ਤਾਲ ਦੇਣ ਲਈ ਆਇਆ ਹੈ ਔਰ ਸਾਰੇ ਸੰਸਾਰ ਨੂੰ ਉਸ ਇੱਕ ਨਿਰੰਕਾਰ ਦੇ ਨਾਲ ਜੋੜਨ ਲਈ ਆਇਆ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਚਾਹੇ ਜਿੱਧਰਨ ਵਿਚਰਨ, ਕਿਸੇ ਪਾਸੇ ਬੈਠਣ, ਘਰ ਦੇ ਚ ਨੇ, ਬਾਹਰ ਨੇ, ਗੱਲ ਇੱਕ ਦੀ ਕਰਦੇ ਨੇ, ਵੇਖਦੇ ਇੱਕ ਨੂੰ ਨੇ, ਬੋਲਦੇ ਇੱਕ ਦੇ ਬਾਰੇ ਨੇ। ਔਰ ਨਾਨਕ ਨਾਮ ਬੜਾ ਖੂਬ ਹੈ, ਨਾ ਅਨੇਕ, ਜਿਹਦੇ ਚ ਅਨੇਕਤਾ ਨਹੀਂ, ਜੋ ਇੱਕ ਨਾਲ ਜੁੜਿਆ ਹੈ, ਇੱਕ ਦੀ ਗੱਲ ਕਰਦਾ ਹੈ, ਇੱਕ ਦੇ ਚ ਲੀਨ ਹੈ ਔਰ ਇੱਕ ਦੇ ਚ ਲੀਨ ਹੋ ਕੇ ਜੋ ਆਨੰਦ ਮਾਣਦਾ ਹੈ ਔਰ ਸਮੁੱਚੇ ਜਗਤ ਨੂੰ ਜੋ ਇੱਕ ਨਾਲ ਜੋੜਦਾ ਹੈ, ਉਸੇ ਦਾ ਹੀ ਨਾਂ ਹੈ ਨਾਨਕ। ਤੇ ਪਿਆਰ ਨਾਲ ਸਿੱਖ ਜਗਤ ਨੇ ਆਖਿਆ, ਧੰਨ ਗੁਰੂ ਨਾਨਕ, ਗੁਰੂ ਬਾਬਾ ਨਾਨਕ, ਧੰਨ ਗੁਰੂ ਨਾਨਕ। ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਜ਼ਿੰਦਗੀ ਦਾ ਬਹੁ ਪੱਖ ਦਾ ਜੋ ਅਧਿਐਨ ਹੋਇਆ, ਹਰ ਪੱਖ ਆਪ ਦਾ ਸੰਪੂਰਨ ਹੈ, ਮਹਾਨ ਹੈ ਔਰ ਮੁਕੰਮਲ ਹੈ। ਪੂਰਨ ਪੁਰਖ ਉਸੇ ਨੂੰ ਹੀ ਕਹਿੰਦੇ ਨੇ ਜੋ ਧਾਰਮਿਕ ਤੌਰ ਤੇ ਮੁਕੰਮਲ ਹੋਵੇ, ਸਮਾਜਿਕ ਤੌਰ ਤੇ ਮੁਕੰਮਲ ਹੋਵੇ ਔਰ ਨੈਤਿਕ ਤੌਰ ਤੇ ਪੂਰਨ ਹੋਵੇ। ਅਕਸਰ ਐਸਾ ਦੇਖਿਆ ਗਿਆ ਹੈ ਕਿ ਜਗਤ ਦੇ ਕੁਝ ਮਹਾਨ ਮਨੁੱਖ, ਪੂਰਨ ਤੇ ਮੈਂ ਨਹੀਂ ਕਵਾਂਗਾ, ਮਹਾਨ ਮਨੁੱਖ, ਕਿਉਂ ਕਿ ਉਹ ਧਾਰਮਿਕ ਪਹਿਲੂ ਤੇ ਮੁਕੰਮਲ ਸਨ, ਲੇਕਿਨ ਸਮਾਜਿਕ ਤੌਰ ਤੇ ਬਿਲਕੁਲ ਟੁੱਟੇ ਹੋਏ, ਆਰਥਿਕ ਦੁਨੀਆ ਨੂੰ ਬਿਲਕੁਲ ਛੱਡ ਗਏ, ਨੈਤਿਕ ਦੁਨੀਆ ਨਾਲ ਦੂਰ ਦਾ ਵੀ ਸੰਬੰਧ ਨਾ ਰੱਖਿਆ, ਜਿਸ ਦਾ ਜ਼ਿਕਰ ਭਾਈ ਗੁਰਦਾਸ ਜੀ ਇਸ ਤਰ੍ਹਾਂ ਕਰਦੇ ਨੇ ਕਿ ਸਿੱਧ ਛਪ ਬੈਠੇ ਪਰਬਤੀ, ਕੌਣ ਜਗਤ ਕੋ ਪਾਰ ਉਤਾਰਾ। ਸਿੱਧ ਪੁਰਸ਼ ਤੋਂ ਮੁਰਾਦ ਉਹ ਸਿੱਧ ਜੋ ਗੱਲ ਨੂੰ ਸਮਝਦੇ ਨੇ, ਜੀਵਨ ਨੂੰ ਸਮਝਦੇ ਨੇ, ਜੀਵਨ ਦੀ ਬਾਰੀਕੀਆਂ ਦੇ ਵਿੱਚ ਜਿਨ੍ਹਾਂ ਨੇ ਬਹੁਤ ਝਾਤ ਮਾਰੀ ਹੈ ਤੇ ਜਿਨ੍ਹਾਂ ਨੂੰ ਅਸਲੀਅਤ ਦਾ ਪਤਾ ਹੈ, ਜੀਵਨ ਦਾ ਪਤਾ ਹੈ। ਅਗਰ ਉਹੀ ਜ਼ਿੰਦਗੀ ਤੋਂ ਕਿਨਾਰਾ ਕਸ਼ ਹੋ ਕੇ ਤੇ ਪਹਾੜਾਂ ਦੀ ਕੰਦਰਾਂ ਦੇ ਜਾ ਬੈਠਣ ਤਾਂ ਕਿਸੇ ਹੱਦ ਤੱਕ ਮਨੁੱਖ ਦੀ ਜ਼ਿੰਦਗੀ ਤੇ ਕੰਦਰ ਹੀ ਬਣ ਕੇ ਰਹਿ ਜਾਏਗੀ। ਮਨੁੱਖਤਾ ਕੇਵਲ ਪਹਾੜਾਂ ਦੀਆਂ ਕੰਦਰਾਂ ਹੀ ਬਣ ਕੇ ਰਹਿ ਜਾਏਗੀ। ਹੂ ਬਹੂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵਕਤ ਇਹੀ ਹਾਲਤ ਸੀ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸੰਸਾਰ ਦੀ ਖਾਤਰ
ਨਿਰੰਕਾਰ ਨਹੀਂ ਛੱਡਿਆ ਔਰ ਨਿਰੰਕਾਰ ਦੀ ਖਾਤਰ ਸੰਸਾਰ ਨਹੀਂ ਛੱਡਿਆ। ਅਕਸਰ ਐਸਾ ਦੇਖਿਆ ਗਿਆ ਹੈ, ਇੱਕ ਮਨੁੱਖ ਧਨ ਦੀ ਖਾਤਰ ਧਰਮ ਛੱਡ ਦਿੰਦਾ ਹੈ, ਦੂਜਾ ਮਨੁੱਖ ਧਰਮ ਦੀ ਖਾਤਰ ਧਨ ਛੱਡ ਦਿੰਦਾ ਹੈ। ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦੋਹਾਂ ਨੂੰ ਕਬੂਲ ਕੀਤਾ ਔਰ ਆਖਿਆ, ਧਨ ਲੋਕ ਦੀ ਖੁਸ਼ੀ ਹੈ, ਧਰਮ ਪਰਲੋਕ ਦੀ ਖੁਸ਼ੀ ਹੈ। ਧਨ ਤੋਂ ਬਿਨਾਂ ਸੰਸਾਰ ਵਿੱਚ ਵਿਚਰਨਾ ਔਖਾ ਹੈ ਔਰ ਧਰਮ ਤੋਂ ਬਿਨਾਂ ਅਧਿਆਤਮਿਕ ਆਨੰਦ ਮਾਣਨਾ ਬਹੁਤ ਔਖਾ ਹੈ। ਤਾਂ ਪੂਰਨ ਮਨੁੱਖ ਵੀ ਉਹੀ ਹੈ ਜਿਹਦੇ ਕੋਲ ਲੋਕਲ ਜ਼ਿੰਦਗੀ ਸੰਪੂਰਨ ਹੈ ਤੇ ਜਿਹਦੇ ਕੋਲ ਪਰਲੋਕ ਦਾ ਆਨੰਦ ਵੀ ਸੰਪੂਰਨ ਤੌਰ ਤੇ ਮੌਜੂਦ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਚਪਨ ਤੋਂ ਹੀ ਇਹੀ ਸੂਝ-ਬੂਝ ਅਕਾਲ ਪੁਰਖ ਪਰਿਪੂਰਨ ਪਰਮਾਤਮਾ ਤੋਂ ਲੈ ਕੇ ਆਏ। ਇਸ ਲਈ ਬਚਪਨ ਵਿੱਚ ਵੀ ਆਪ ਦੀ ਇਹ ਸੁਰਤ ਰਹੀ। ਸਹਿਜੇ ਸਹਿਜੇ ਜਦ ਆਪ ਵੱਡੇ ਹੋਏ ਤੇ ਵੱਡੇ ਹੁੰਦਿਆਂ ਧਾਰਮਿਕ ਬਿਰਤੀਆਂ ਵੀ ਆਪ ਦੀਆਂ ਵੱਡੀਆਂ ਹੋਈਆਂ, ਨੈਤਿਕ ਬਿਰਤੀਆਂ ਵੀ ਆਪ ਦੀਆਂ ਵੱਡੀਆਂ ਹੋਈਆਂ, ਸਮਾਜਿਕ ਸੂਝ ਵੀ ਆਪ ਦੀ ਵੱਡੀ ਹੁੰਦੀ ਗਈ ਤੇ ਜਵਾਨ ਹੁੰਦਿਆਂ ਜੈਸੇ ਕਹਿੰਨ ਜਵਾਨੀ 'ਚ ਜੋਸ਼ ਪ੍ਰਧਾਨ ਹੁੰਦਾ ਹੈ, ਤਾਂ ਜਵਾਨੀ ਦੇ ਨਾਲ ਨਾਲ ਧਰਮ ਦਾ ਜੋਸ਼ ਵੀ ਆਪ ਦੇ ਅੰਦਰ ਪ੍ਰਧਾਨ ਹੋਇਆ। ਇਤਨਾ ਪ੍ਰਧਾਨ ਕਿ ਆਪ ਕਿਰਤ ਕਰ ਰਹੇ ਨੇ, ਮੋਦੀ ਖਾਨਾ ਚਲਾ ਰਹੇ ਨੇ, ਦਿਨ ਭਰ ਆਪ ਰਸਦ ਦਿੰਦੇ ਨੇ ਨਵਾਬ ਦੇ ਨੌਕਰਾਂ ਨੂੰ ਔਰ ਪ੍ਰਜਾ ਨੂੰ। ਇੱਕ ਦਿਨ ਐਸਾ ਹੋਇਆ, ਧਰਮ ਦੇ ਜੋਸ਼ ਨੇ ਸੁਰਤ ਨੂੰ ਇਤਨਾ ਉੱਚਾ ਕੀਤਾ, 1 ਗਿਣਿਆ, 2 ਗਿਣਿਆ, 3 ਗਿਣਿਆ, 11, 12 ਤੇ ਜਦ 13 ਦਾ ਹਿੰਸਾ ਜ਼ਬਾਨ ਤੋਂ ਨਿਕਲਿਆ ਤਾਂ ਸੁਰਤ ਤੇਰੇ ਵਿੱਚ ਹੀ ਲੀਨ ਰਹਿ ਗਈ। 13 ਤੋਂ ਬਾਅਦ ਅੱਗੇ ਨਹੀਂ ਜਾ ਸਕੇ। 13 13 ਸਭ ਕੁਝ 13 13 13 ਇਸੇ ਹੀ ਧੁਨ ਵਿੱਚ ਖੋ ਗਏ, ਇਸੇ ਵਿੱਚ ਹੀ ਲੀਨ ਹੋ ਗਏ। ਕਿਰਤ ਕਰਦਿਆਂ ਕੀਰਤੀ ਨਹੀਂ ਭੁੱਲੇ, ਤੇ ਜੋ ਕਿਰਤ ਕਰਦਿਆਂ ਕੀਰਤੀ ਨਹੀਂ ਭੁੱਲਿਆ ਉਹਦੀ ਕਿਰਤ ਵੀ ਧਰਮ ਹੈ, ਉਹਦੀ ਕਿਰਤ ਵੀ ਬੰਦਗੀ ਹੈ। ਅਕਸਰ ਪੂਰਨ ਪੁਰਖਾਂ ਦਾ ਧੰਦਾ ਵੀ ਧਰਮ ਆਉਂਦਾ ਹੈ, ਪਰ ਅਧੂਰੇ ਮਨੁੱਖਾਂ ਦਾ ਤੇ ਧਰਮ ਵੀ ਧੰਦਾ ਆਉਂਦਾ ਹੈ। ਉਹਨਾਂ ਦੇ ਧਰਮ ਦੇ ਚੋਂ ਵੀ ਸੰਸਾਰ ਦੀ ਬਦਬੂ ਆਉਂਦੀ ਹੈ, ਜਦ ਕਿ ਪੂਰਨ ਮਨੁੱਖ ਦੇ ਧੰਦੇ ਦੇ ਚੋਂ ਵੀ ਨਿਰੰਕਾਰ ਦੀ ਸੁਗੰਧੀ ਆਉਂਦੀ ਹੈ, ਖੁਸ਼ਬੂ ਆਉਂਦੀ ਹੈ, ਮਹਿਕ ਆਉਂਦੀ ਹੈ। ਤੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦ ਇਸ ਢੰਗ ਨਾਲ ਬੈਰਾਗਮਈ ਅਵਸਥਾ ਵਿੱਚ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਨੇ, ਤੋ ਦੂਰ ਦ੍ਰਿਸ਼ਟੀ ਦੇ ਨਾਲ ਸਮਗਰ ਜਗਤ ਨੂੰ ਵੇਖਿਆ। ਆਪ ਨੂੰ ਜਲਦੀ ਸਭ ਪ੍ਰਿਥਵੀ ਦਿਸ ਆਈ। ਹਰ ਪਾਸੇ ਨੈਤਿਕ ਦੁਨੀਆ ਵਿੱਚ, ਧਾਰਮਿਕ ਦੁਨੀਆ ਵਿੱਚ, ਸਮਾਜਿਕ ਦੁਨੀਆ ਵਿੱਚ, ਆਰਥਿਕ ਦੁਨੀਆ ਵਿੱਚ ਆਪ ਨੂੰ ਅੱਗ ਲੱਗੀ ਹੋਈ ਦਿਖਾਈ ਦਿੱਤੀ। ਨਾਮ ਦੀ ਮਸ਼ਕ ਲੈ ਕੇ ਇਸ ਅੱਗ ਨੂੰ ਬੁਝਾਉਣ ਦਾ ਤਹੀਆ ਆਪ ਨੇ ਸੁਲਤਾਨਪੁਰ ਦੇ ਵਿੱਚ ਹੀ ਕੀਤਾ। ਲੰਬੀ ਸੋਚਣੀ ਤੋਂ ਬਾਅਦ ਆਪ ਨੇ ਲੰਬੀਆਂ ਉਦਾਸੀਆਂ ਨੂੰ ਜਨਮ ਦਿੱਤਾ। ਇੱਕ ਇੱਕ ਉਦਾਸੀ 12-12 ਸਾਲ ਦੀ। ਕਈ ਦਫਾ ਪ੍ਰਸ਼ਨ ਖੜਾ ਹੁੰਦਾ ਹੈ ਕਿ ਗੁਰੂ ਨਾਨਕ ਨੇ ਇਤਨਾ ਭਰਮਣ ਕਿਉਂ ਕੀਤਾ। ਇਤਿਹਾਸਕਾਰਾਂ ਦੇ ਕਥਨ ਅਨੁਸਾਰ ਗਾਲਬਨ 82,000 ਮੀਲ ਦਾ ਇਹ ਪੈਦਲ ਸਫ਼ਰ ਬਣਦਾ ਹੈ। ਇਤਨਾ ਭਰਮਣ, ਇਤਨਾ ਦੇਸ਼ ਦੇਸ਼ਾਂਤਰਾਂ ਦਾ ਰਟਨ, ਤੀਰਥਾਂ ਦਾ ਭਰਮਣ, ਸ਼ਹਿਰਾਂ ਦਾ ਭਰਮਣ, ਜੰਗਲ ਤੇ ਬਿਆਬਾਨਾਂ ਦੇ ਸੂਫੀ ਸੰਤਾਂ ਦੇ ਡੇਰਿਆਂ ਵਿੱਚ ਮਹਾਤਮਾ ਲੋਕਾਂ ਦੀ ਸੰਗਤ, ਥਾਂ ਥਾਂ ਤੇ ਆਪ ਨੇ ਭਰਮਣ ਕੀਤਾ ਔਰ ਪਹੁੰਚੇ ਨੇ। ਇੱਕ ਸਵਾਲ ਖੜਾ ਹੁੰਦਾ ਹੈ, ਇਤਨਾ ਭਰਮਣ ਗੁਰੂ ਨਾਨਕ ਨੇ ਕਿਉਂ ਕੀਤਾ? ਤੋ ਇਸ ਪ੍ਰਸ਼ਨ ਦਾ ਇੱਕੋ ਇੱਕ ਉੱਤਰ ਹੈ ਕਿ ਗੁਰੂ ਨਾਨਕ ਦੇ ਅੰਦਰ ਇੱਕ ਦੁੱਖ ਸੀ, ਇੱਕ ਤੜਪ ਸੀ। ਤਰਕ ਖੜੀ ਹੋਵੇਗੀ, ਜਿਹਦੇ ਅੰਦਰ ਦੁੱਖ ਸੀ ਉਹ ਜਗਤ ਨੂੰ ਕੀ ਦੇ ਸਕਦਾ ਹੈ? ਜਿਸ ਦੇ ਅੰਦਰ ਤੜਪ ਸੀ ਉਹਨੇ ਸੰਸਾਰ ਨੂੰ ਕੀ ਦੇਣਾ ਹੈ? ਪਰ ਇਸ ਦਾ ਇੱਕ ਉੱਤਰ ਹੈ। ਮਸਲਨ ਬੱਚਾ ਬਿਮਾਰ ਹੈ, ਰਾਤ ਦਾ ਵਕਤ ਹੈ ਔਰ ਤਾਪ ਕਰਕੇ, ਬੁਖਾਰ ਕਰਕੇ ਬੱਚਾ ਬੇਚੈਨ ਹੈ, ਪਰ ਕੋਲ ਬੈਠੀ ਮਾਂ ਵੀ ਬੇਚੈਨ ਹੈ। ਬੱਚਾ ਤਾਪ ਕਰਕੇ ਦੁਖੀ ਹੈ ਪਰ ਮਾਂ ਵੀ ਦੁਖੀ ਹੈ। ਬੱਚਾ ਤਾਪ ਕਰਕੇ ਸੋ ਨਹੀਂ ਰਿਹਾ ਪਰ ਨੀਂਦ ਮਾਂ ਨੂੰ ਵੀ ਨਹੀਂ ਆ ਰਹੀ। ਪੁੱਛਿਆ ਜਾ ਸਕਦਾ ਹੈ ਇਸ ਮਾਂ ਕੋਲੋਂ ਵੀ ਤਾਪ ਤੇ ਬੱਚੇ ਨੂੰ ਚੜਿਆ, ਤੈਨੂੰ ਤੇ ਨਹੀਂ, ਤੂੰ ਆਰਾਮ ਨਾਲ ਸੌਂ ਜਾ। ਪਰ ਮਾਂ ਨੇ ਇਹੀ ਆਖਣਾ, ਨਹੀਂ ਮੈਂ ਨਹੀਂ ਸੋ ਸਕਦੀ। ਕਿਉਂ? ਜਿਹੜਾ ਤਾਪ ਬੱਚੇ ਦੇ ਤਨ ਨੂੰ ਚੜਿਆ ਹੋਇਆ
ਉਹੀ ਤਾਪ ਮਾਂ ਦੇ ਮਨ ਨੂੰ ਚੜਿਆ ਹੈ। ਬੱਚਾ ਤਨ ਕਰਕੇ ਦੁਖੀ ਹੈ, ਮਾਂ ਮਨ ਕਰਕੇ ਦੁਖੀ ਹੈ। ਬੱਚੇ ਦੇ ਤਾਪ ਨੂੰ ਜਦ ਮਾਂ ਨੇ ਆਪਣੇ ਹਿਰਦੇ ਵਿੱਚ ਵਸਾਇਆ ਤਾਂ ਉਹ ਸਾਰੀ ਰਾਤ ਚੈਨ ਨਾਲ ਸੋ ਨਹੀਂ ਸਕੀ। ਇੱਕ ਬੱਚੇ ਦਾ ਦੁੱਖ, ਤੇ ਜਦ ਉਸ ਦੁੱਖ ਨੂੰ ਹਿਰਦੇ ਵਿੱਚ ਵਸਾਇਆ ਤੇ ਮਾਂ ਸਾਰੀ ਰਾਤ ਚੈਨ ਨਾਲ ਸੋ ਨਹੀਂ ਸਕੀ। ਤੇ ਜਦ ਸਾਰੀ ਦੁਨੀਆ ਦਾ ਗਮ, ਸਾਰੀ ਦੁਨੀਆ ਦਾ ਦੁੱਖ ਉਹਨੂੰ ਗੁਰੂ ਨਾਨਕ ਨੇ ਆਪਣੇ ਹਿਰਦੇ 'ਚ ਥਾਂ ਦਿੱਤੀ, ਤਾਂ ਉਹ ਚੈਨ ਨਾਲ ਸੁਲਤਾਨਪੁਰ ਕਿਸ ਤਰ੍ਹਾਂ ਰਹਿ ਸਕਦੇ ਸਨ? ਉਹ ਆਰਾਮ ਨਾਲ ਆਪਣੇ ਪਰਿਵਾਰ ਵਿੱਚ ਕਿਸ ਤਰ੍ਹਾਂ ਰਹਿ ਸਕਦੇ ਸਨ? ਆਪ ਨੂੰ ਸਾਰੇ ਦਾ ਸਾਰਾ ਸੰਸਾਰ ਜਲਦਾ ਹੋਇਆ ਦਿਖਾਈ ਦਿੱਤਾ। ਆਪ ਨੇ ਰਟਨ ਆਰੰਭ ਕਰ ਦਿੱਤਾ, ਤੇ ਆਪ ਦੇ ਰਟਨ ਵਿੱਚ ਪਹਿਲੇ ਚੋਟੀ ਦੇ ਤੀਰਥ ਨੇ। ਤੀਰਥਾਂ ਤੇ ਹੀ ਰਟਨ ਕਿਉਂ ਕੀਤਾ? ਪਹਿਲੀ ਉਦਾਸੀ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ, ਦਰਅਸਲ ਤੀਰਥ ਧਰਮ ਦੇ ਚਸ਼ਮੇ ਸਨ, ਤੇ ਜੇ ਚਸ਼ਮਾ ਹੀ ਗੰਦਾ ਹੈ ਤੇ ਲੋਕਾਂ ਨੂੰ ਪਾਣੀ ਗੰਦਾ ਮਿਲਣਾ ਸੀ। ਇਸ ਵਾਸਤੇ ਗੁਰੂ ਨਾਨਕ ਨੇ ਪਹਿਲੇ ਚਸ਼ਮਿਆਂ ਨੂੰ ਨਿਰਮਲ ਕਰਨ ਦੀ ਸੋਚੀ, ਤਾਂ ਥਾਂ ਥਾਂ ਤੇ ਆਪ ਤੀਰਥਾਂ ਤੇ ਪਹੁੰਚੇ, ਤੇ ਤੀਰਥਾਂ ਦੇ ਮੁਖੀਆਂ ਨੂੰ ਸੱਚ ਦੀ ਗੱਲ ਸੁਣਾਈ, ਸੱਚ ਨਾਲ ਜੁੜਨ ਦਾ ਢੰਗ ਦੱਸਿਆ। ਸੱਚ ਕੀ ਹੈ, ਉਹਦੀ ਹੋਂਦ ਕੀ ਹੈ, ਇਹ ਜਗਤ ਦੇ ਸਾਹਮਣੇ ਸਾਰੀ ਵਿਚਾਰਧਾਰਾ ਰੱਖੀ। ਇਹ ਆਪ ਦੀ ਪਹਿਲੀ ਕੋਸ਼ਿਸ਼। ਜਗਤ ਦੇ ਸੰਬੰਧ ਵਿੱਚ ਆਪ ਦੇ ਵਿਚਾਰ ਇਹ ਕਿ ਜਾਲੀ ਰਹਿਣ ਜਾਲ ਦਿਨ ਹੁਆ, ਜੇਤੀ ਘੜੀ ਫਾਹੀ ਥੇਤੀ। ਦਿਨ ਇੱਕ ਜਾਲ ਹੈ, ਰਾਤ ਵੀ ਇੱਕ ਜਾਲ ਹੈ। ਦਿਨ ਤੇ ਰਾਤ ਦੀਆਂ ਘੜੀਆਂ ਇਹ ਵੀ ਫਾਈਆਂ ਹੀ ਨੇ। ਰਸ ਰਸ ਚੋਗ ਚੁਗੇ ਨਿਤ ਫਾਸੇ, ਛੂਟਸ ਮੂੜੇ ਕਵਨ ਗੁਣੀ। ਇਹ ਜੀਵ ਤਰ੍ਹਾਂ ਤਰ੍ਹਾਂ ਦੇ ਰਸ ਚੋਗਦਾ ਹੈ ਦਿਨ ਨੂੰ, ਰਾਤ ਨੂੰ, ਤਾਂ ਇਸ ਤਰੀਕੇ ਨਾਲ ਰਾਤ ਉਸ ਲਈ ਜਾਲ ਬਣ ਜਾਂਦੀ ਹੈ, ਦਿਨ ਉਸ ਲਈ ਜਾਲ ਬਣ ਜਾਂਦਾ ਹੈ। ਹਰ ਦਿਨ ਕੁਛ ਐਸਾ ਹੋ ਜਾਂਦਾ ਹੈ ਕਿ ਦਿਨ ਇੱਕ ਵਿਪਤਾ ਦਿਖਾਈ ਦਿੰਦੀ ਹੈ। ਹਰ ਰਾਤ ਕੁਛ ਐਸਾ ਹੋ ਜਾਂਦਾ ਹੈ ਕਿ ਹਰ ਰਾਤ ਕਯਾਮਤ ਦਿਖਾਈ ਦਿੰਦੀ ਹੈ। ਤਾਂ ਦਿਨ ਜਾਲ ਬਣ ਗਿਆ, ਰਾਤ ਜਾਲ ਬਣ ਗਈ, ਔਰ ਇਸ ਜਾਲ ਵਿੱਚ ਸਾਰੀ ਮਨੁੱਖਤਾ ਆਪ ਨੂੰ ਫਸੀ ਹੋਈ ਦਿਖਾਈ ਦਿੱਤੀ। ਫਿਰ ਮਨੁੱਖੀ ਮਨ ਬਾਰੇ ਸਤਿਗੁਰਾਂ ਦੇ ਇਹ ਵਿਚਾਰ ਕਿ ਕਾਇਆ ਅਹਰਣ ਮਨ ਵਿੱਚ ਲੋਹਾ, ਪੰਜ ਅਗਨ ਤਿਤ ਲਾਗ ਰਹੀ। ਇਹ ਕਾਇਆ ਤੇ ਅਹਰਣ ਹੈ ਔਰ ਮਨ ਲੋਹਾ ਹੈ, ਤੇ ਇਸ ਮਨ ਲੋਹੇ ਨੂੰ ਪੰਜ ਅਗਨੀਆਂ ਹਰ ਵਕਤ ਤਪਾ ਕੇ ਰੱਖਦੀਆਂ। ਤਪਿਆ ਹੀ ਰਹਿੰਦਾ ਹੈ ਇਹ ਲੋਹਾ। ਕ੍ਰੋਧ ਦੀ ਅਗਨ, ਲੋਭ ਦੀ ਅਗਨ, ਕਾਮ ਦੀ ਅਗਨ, ਮੋਹ ਦੀ ਅਗਨ, ਅਹੰਕਾਰ ਦੀ ਅਗਨ। ਕਾਇਆ ਅਹਰਨ ਮਨ ਵਿੱਚ ਲੋਹਾ, ਪੰਜ ਅਗਨ ਤਿਤ ਲਾਗ ਰਹੀ। ਕੋਇਲੇ ਪਾਪ ਪੜੇ ਤਿਸ ਉਪਰ, ਮਨ ਜਲਿਆ ਸੰਨੀ ਚਿੰਤ ਭਈ। ਜੇ ਕਿਧਰੇ ਅੱਗ ਠੰਡੀ ਪੈਂਦੀ ਹੈ, ਕੋਇਲੇ ਮੱਧਮ ਪੈਂਦੇ ਨੇ, ਅੱਗ ਬੁਝਣ ਲੱਗਦੀ ਹੈ, ਤਾਂ ਸਤਿਗੁਰ ਕਹਿੰਦੇ ਨੇ ਪਾਪ ਦੇ ਕੋਲੇ ਹੋਰ ਪਾ ਦਿੱਤੇ ਜਾਂਦੇ। ਔਰ ਇੰਜ ਇਹ ਪੰਜੇ ਅਗਨੀਆਂ ਪੂਰਨ ਜੋਬਨ ਦੇ ਉੱਤੇ ਭੜਕ ਉੱਠਦੀਆਂ ਨੇ। ਤੇ ਸੰਨੀ ਕੀ ਹੈ? ਜਿਹਦੇ ਨਾਲ ਲੋਹੇ ਨੂੰ ਪਰਤੀਦਾ ਹੈ, ਪਰਤ ਪਰਤ ਕੇ ਰੱਖੀਦਾ ਹੈ। ਸਾਹਿਬ ਕਹਿੰਦੇ ਨੇ ਮਨ ਜਲਿਆ ਸੰਨੀ ਚਿੰਤ ਭਈ। ਸੰਨੀ ਤੇ ਚਿੰਤਾ ਹੈ, ਤੋ ਚਿੰਤਾ ਦੇ ਚ ਮਨ ਉਲਟ ਪੁਲਟ ਹੁੰਦਾ ਰਹਿੰਦਾ ਹੈ। ਕਬਾਬੇ ਸੀਖ ਹੈ ਹਮ करवटे हर सू बदलते हैं, जो जल जाता है ये पहलू तो वो पहलू बदलते हैं। तो चिंता मन ਨੂੰ ਕਦੀ ਇਸ ਪਾਸੇ ਕਦੀ ਉਸ ਪਾਸੇ ਇੰਜ ਪਲਟਦੀ ਰਹਿੰਦੀ ਹੈ, ਤੇ ਮਨ ਦੀਆਂ ਹੀ ਕਰਵਟਾਂ ਤਨ ਦੀਆਂ ਕਰਵਟਾਂ ਬਣ ਜਾਂਦੀਆਂ ਨੇ। ਜਦ ਅੰਦਰ ਚਿੰਤਾ ਹੈ ਤਾਂ ਮਨ ਕਰਵਟਾਂ ਲੈਂਦਾ ਹੈ, ਤੇ ਜਦ ਮਨ ਕਰਵਟਾਂ ਲੈਂਦਾ ਹੈ ਤਾਂ ਬੰਦਾ ਆਰਾਮ ਨਾਲ ਕਿਸ ਤਰ੍ਹਾਂ ਸੋ ਸਕੇਗਾ? ਤਨ ਵੀ ਕਰਵਟਾਂ ਲੈਂਦਾ ਰਹੇਗਾ। ਜਿਹੜਾ ਬੰਦਾ ਸਾਰੀ ਰਾਤ ਕਰਵਟ ਲੈਂਦਾ ਰਿਹਾ, ਕਦੀ ਇਸ ਕਰਵਟ ਤੇ ਕਦੀ ਉਸ ਕਰਵਟ, ਉਹ ਤੇ ਇੰਜ ਸਮਝ ਲਓ ਸਾਰੀ ਰਾਤ ਵਰਜਿਸ਼ ਕਰਦਾ ਰਿਹਾ, ਐਕਸਰਸਾਈਜ਼ ਕਰਦਾ ਰਿਹਾ। ਉਹ ਤੇ ਥੱਕਿਆ ਹੋਇਆ ਹੋਵੇਗਾ। ਸਵੇਰੇ ਜਿਉਂ ਉੱਠੇਗਾ ਉਹਦੇ ਸਰੀਰ ਦੇ ਵਿੱਚ ਤਾਜ਼ਗੀ ਨਹੀਂ ਹੋਵੇਗੀ, ਉਸਦੇ ਸਰੀਰ ਦੇ ਵਿੱਚ ਸਫੁਰਤੀ ਨਹੀਂ ਹੋਵੇਗੀ। ਕਿਉਂ? ਕਿਉਂਕਿ ਸਾਰੀ ਰਾਤ ਮਿਹਨਤ ਕਰਦਾ ਰਿਹਾ, ਕਰਵਟਾਂ ਬਦਲਦਾ ਰਿਹਾ। ਕਿਉਂ ਕਰਵਟਾਂ ਬਦਲਦਾ ਰਿਹਾ? ਦਰਅਸਲ ਮਨ ਪਾਸੇ ਬਦਲਦਾ ਰਿਹਾ। ਤੇ ਮਨ ਕਿਉਂ ਪਾਸੇ ਬਦਲਦਾ ਰਿਹਾ? ਦਰਅਸਲ ਮਨ ਚਿੰਤਾ ਦੇ ਹੱਥਾਂ 'ਚ ਸੀ, ਤੇ ਚਿੰਤਾ ਦੀ ਸੰਨੀ ਮਨ ਨੂੰ ਬਦਲਦੀ ਰਹੀ ਹੈ, ਕਦੀ ਸੱਜੇ ਕਦੀ ਖੱਬੇ। ਤੋ ਤਨ ਵੀ ਕਰਵਟਾਂ ਬਦਲਦਾ ਰਿਹਾ।
इस वास्ते चिंतातुर बंदे कोल विश्राम नहीं होंदा। चिंतातुर बंदे कोल दुख ही दुख होंदा है, बेचैनियां ही बेचैनियां आउंदियां ने। तो साहिब कहंदे ने मन जलिया सन्नी चिंत भई। इस जलन दे च और इस चिंता दी सन्नी दी पकड़ दे च सारे जगत दा मन सी आप दे मन दे च तरस दया। तो ये दया इस तरस ने आप नूं घर दे च आराम नाल बैठण नहीं दिता। आप थां थां ते भ्रमण करके लोगां नूं उस सच सीतल नाल जोड़न दा उपराला करदे रहे, जिस नाल जुड़ना ही जिंदगी दा मकसद है, जिस नाल जुड़ना ही जिंदगी दा ध्येय है। साहिब श्री गुरु नानक देव जी महाराज दियां मूल रचनावां जपजी ते सिद्ध गोष्ट ने। किसी हद तक जपजी साहब दा भी बहुत सारा हिस्सा सिद्ध चर्चा है, जोगियां नाल चर्चा है। और ये उस वक़्त दा सिरमौर धर्म सी जोगमत। और समुचे भारत दे ये छाए हुए सन। रिधियां सिद्धियां होण दे नाते इन्हां दी पूजा प्रतिष्ठा भी बड़ी सी, सन्मान भी बड़ा सी, लेकिन जीवन दे च रस नहीं सी, आनंद नहीं सी, खेड़ा नहीं सी। कहंदे ने जद साहिब श्री गुरु नानक देव जी महाराज पीली भीत दे नेड़े उस स्थान ते पहुंचे जिसका नाम अजकल नानक मथा है, पर नानक मते तो पेशतर इस स्थान का नाम सी गोरख मता। जद पहुंचे ने मेरे पातशाह उत्थे तां जोगियां ने गुलाब दा फुल आप नूं पेश किया। मरदाना कहन लग्या महाराज बड़े आओ भगत नाल पेश आए ने, जोगी बड़ा सन्मान कर रहे ने, आप नूं गुलाब दा फुल भेंट कीता है। तो सतगुरु कहन लगे नहीं मरदाने, हमेशा की तरह जोगी हुण भी चर्चा ही कर रहे हैं, बहस कर रहे हैं। हमेशा की तरह हुण भी इन्होंने एक बहुत बड़ा प्रश्न खड़ा कर दिता है। इन्होंने फुल भेंट नहीं किया, एक प्रश्न भेंट किया है, एक सवाल भेंट किया और उसका असी जवाब देना है। महाराज ने उस फुल नूं वेख्या, उहदी सुगंधी का आनंद माणिया और फुल जोगियां नूं वापस किया। जोगी कहन लगे महाराज ये कबूल नहीं, आपनूं प्रवान नहीं। क्यों? महाराज कहते हैं फुल बहुत खूबसूरत है, सुगंधित है, कोमल है, सारियां खूबियां इस दे च ने, लेकिन नानक नूं ओ फुल चाहिदा है जो किसी फल नूं भी जन्म देवे। इस फुल दे चों फल दा जन्म नहीं। योगियां ने गुलाब दा फुल भेंट करके ये आखिया सी, ये प्रश्न रखिया नानक जी जब तुसी इतने वड्डे हो, इतने महान हो, तो तुसी जोगी बन जाओ, असी थानू सिरमौर बना देंगे, मुखी बना देंगे। दर्शन बेख करो जोगिंदरा, मुंदरा झोली खिंता, बारे अंदर एक सरेवो खट दर्शन एक पंथा। जे तुसी मुंदरा धारण कर लो, झोली धारण कर लो, खड़ावां पहन लो, जोगियां वाले चिन्ह धारण करो, तो असी थानू नाथ बना देंगे, जोगियां दा मुखी बना देंगे, सिरमौर बना देंगे। और वेखो नानक जी जोगमत दे च रिधियां सिद्धियां दी सुगंधी है, संसारिक पूजा प्रतिष्ठा दी सुंदरता है। और ये बहुत कुछ है, ये बहुत वड्डी गल है। तो गुरु नानक देव जी महाराज कहन लगे ठीक है जोगियो, ठीक है, इस जोगमत दे च रिधियां सिद्धियां दी सुगंधी है, संसारिक पूजा प्रतिष्ठा दी सुंदरता है, पर नाम दा फल नहीं है, प्रभु ज्ञान दा फल नहीं है, परमात्म फल नहीं है। ते नानक नूं फल चाहिदा है, केवल रिद्धि सिद्धि नहीं, केवल संसार दी पूजा प्रतिष्ठा नहीं, नानक नूं परमात्मा चाहिदा है, नानक नूं ज्ञान चाहिदा है, नानक नूं नाम चाहिदा है। ते मैं जगत दी झोली दे च ओह फुल पाना है जिस फुल दे च नाम दा फल भी है। मैं ते ओही कर्म दृढ़ कराने ने जिन्हां कर्मां चों नाम दा फल पैदा होवे, नाम दा रस पैदा होवे। सतगुरुदेव जी महाराज जद पहुंचे ने हरिद्वार ते फिर बनारस, तो आप दे नाल फिर गोष्ठी ते चर्चा हुई। चर्चा इस ढंग नाल हुई कि कुछ विद्वानां ने यह आख्या पुराने मत अनुसार कि संसार नूं बना रहा है ब्रह्मा, इहदी पालना कर रहा है विष्णु, इनू नाश कर रहा है शंकर। ओंकार दे किसी हद तक अर्थ भी यही होए, आकार उकार मकार, उत्पत्ति करण वाला, पालना करण वाला, नाश करण वाला। गुरु नानक देव जी महाराज ने अपनी रसना तो कलाम उच्चारण किया,
ओंकार नहीं, एक ओंकार, एक ओंकार। एक ही आकार है, एक ही ओकार है, एक ही मकार है। एक तो उत्पत्ति हो रही है, एक तो पालना हो रही है, और एक तो ही नाश हो रहा है। संसार दा फिर एक है, अनेक नहीं है। समूह ब्रह्मंड दी अनेकता दा मूल एक है। उसे एक तो उत्पत्ति हो रही है, उसे एक तो पालना हो रही है, और उसे एक तो ही संगार चल रहा है। प्रश्न खड़ा होया, जो पालना कर रहा है उन्होंने नाश करने की की लोड़ है, ते जिहड़ा नाश कर रहा है उन्होंने उत्पत्ति करने की की लोड़ है। तो सतगुरु कहते हैं खेल, कोई मुद्दा नहीं, कोई मकसद नहीं है। जैसे बच्चे दरिया दे कंढे ते रेत दे घर बनाते हैं, हस के बनाते, खुशी नाल बनाते, मस्ती विच बनाते, और बनाते होया बड़ा रस लेंदे, बड़ा स्वाद लेंदे, पर शाम नूं जैसे घर वापस जाते हैं तो हस के ही तोड़ते हैं, उत्साह नाल तोड़ते हैं, उसे खेड़े नाल तोड़ते हैं। बनाण लग्या भी हासा, तोड़न लग्या भी हासा। बनाण लग्या भी खुश सन, हुण तोड़न लग्या भी खुश सन। खिड़खिड़ा के बना रहे सन और खिड़खिड़ा के तोड़ रहे सन। क्यों कि बनाण दा जद कोई मुद्दा ही नहीं, कोई मकसद ही नहीं, तो ऐसा बनाना एक खेल है। खेल दे कोई मुद्दा नहीं होता, खेल दे कोई मकसद नहीं होता, खेल सिर्फ खेल है। इस वास्ते सतगुरुदेव जी महाराज, गुरु अर्जन देव जी महाराज का फरमान है कि समुच्चा जगत परमात्मा का खेल है। आवन जान एक खेल बनाया, आ गया कारी कीनी माया। इन्हों गुरु गोबिंद सिंह जी महाराज कहने ने तमाशा है, खेल है। मैं हूं परम पुरख को दासा, देखन आयो जगत तमाशा। मैं ते संसार दा तमाशा वेखण नहीं आया, खेल वेखण नहीं आया। खेल दे सिर्फ एक विधि विधान है, नियम है, और ते कुछ नहीं है, मकसद नहीं है। अक्सर देखा गया है कि कारोबार दे विच, धंधे दे विच, या आम संसारी किरत दे विच कोई बंदा बेईमानी करे तो जगत कबूल कर लेंदा, चलती रहती है। पर कोई खेड दे विच बेईमानी करे, ताश खेड रहा है, कोई कुश्ती खेड रहा है, या फुटबॉल खेड रहा है, गर्ज के जो खेल है उहदे च कोई बेईमानी करे तो कबूल नहीं, प्रवान नहीं। लड़ाई हो सकती है, झगड़ा हो सकता है। क्यों? खेल दे आधार ही नियम है। तो जब नियम ही तोड़ देता तो खेल खेल नहीं रह जाता, खेल भी धंधा हो जाता है, खेल भी संसार बन जाता है, खेल भी बाजार बन जाता है। खेल ते उतने चिर तक खेल है जब कोई मुद्दा नहीं ते मकसद नहीं, ते खेल का आधार केवल एक कोई है, नियम। तो परमात्मा की ये सारी जी बनतर है किसी नियम ते खड़ी है, और जे टुट भज है ये भी किसी नियम ते खड़ी है, पर बनाने का उसका कोई मुद्दा नहीं। अगर कुछ मनुख बना के बनना चाहता है तो स्पष्ट गल है मनुख अधूरा है। पूरा मकान बना के कुछ बनना चाहता है, कम धंधा बना के कुछ बनना चाहता है, मनुख कुछ बनना चाहता है, तो बनन लई उन्होंने कुछ चाहिए। मनुख दे बनाण दे नाल कुछ मुद्दा है, क्योंकि कुछ बनता है तो खुद भी बनता है, खुद भी संवरदा है, ते शिंगारिया जाता है, ते अगां वधदा है। अगर परमात्मा दे भी बनाण दा कुछ मकसद है, मुद्दा है, ते बनाण नाल ही वो कुछ बन सकता है, तो इतनी गल स्पष्ट है अधूरा है, अजय अधूरा है। कुछ बना के बनेगा, कुछ बनाएगा, कुछ उसका मुद्दा है, मुद्दा उसका होंदा है, मकसद उसका होंदा है जो अधूरा है। तो परमात्मा ते संपूर्ण है, पूर्ण। पूर्ण उसनूं कहंदे ने जिहदी कोई सीमा नहीं, कित्थों शुरू होंदा है कित्थे खत्म होंदा है, कोई सीमा नहीं। तो उसदे बनाण दा कोई मुद्दा नहीं, और विगाड़न का भी, नाश करने का भी कोई मुद्दा नहीं। फिर की है? खेल। आवन जान एक खेल बनाया, आ गया कारी कीनी माया। ये तो उसका खेल है। तो गुरु नानक देव जी महाराज कहने लगे उस तो उत्पत्ति हो रही है, उस तो पालना हो रही है, और उसे तो ही नाश हो रहा है, और उसे का ही खेल है, उसे दी लीला है। तो प्रश्न खड़ा होया, क्या ब्रह्मा विष्णु महेश नहीं ने? सतगुरु कहने लगे है गए ने। इस काया अंदर ब्रह्मा विष्णु महेशा, जिस उपत सब संसारा। परमात्मा दे नाम व्यक्तियों नूं दिते गए, बंदियां नूं दिते गए। तो साहिब कहंदे ने ये ब्रह्मा, ये विष्णु, ये महेश, ये मनुख दे अंदर ने। रजोगुण, तमोगुण, सतोगुण। रजोगुण बनाण दीयां रुचियां, ये तमाम जीवां दे अंदर रजोगुण मौजूद है। पंछी भी घोंसले बनाते हैं, कीड़े मकोड़े भी खुड्डां बनाते हैं,
ਮਨੁੱਖ ਵੀ ਕੁਝ ਬਣਾਉਂਦਾ ਹੈ, ਰੇਲਾਂ ਮੋਟਰਾਂ ਗੱਡੀਆਂ ਬਣਾ ਰਿਹਾ ਹੈ, ਸੜਕਾਂ ਬਣਾ ਰਿਹਾ ਹੈ, ਪੁਲ ਬਣਾ ਰਿਹਾ ਹੈ, ਤਰ੍ਹਾਂ ਤਰ੍ਹਾਂ ਦੇ ਸਾਜ਼ੋ ਸਮਾਨ ਬਣਾ ਰਿਹਾ ਹੈ। ਇਹ ਜਿਹੜੀ ਬਣਾਉਣ ਦੀ ਰੁਚੀ ਹੈ ਇਹ ਰਜੋਗੁਣ ਹੈ। ਤੇ ਜੋ ਕੁਝ ਬਣਾਇਆ ਹੈ ਇਹ ਟਿਕਿਆ ਰਵੇ ਔਰ ਇਹਨੂੰ ਟਿਕਾਈ ਰੱਖਣਾ ਹੈ। ਦਰਅਸਲ ਇਹ ਪਾਲਣਾ ਦੀ ਰੁਚੀ ਵੀ ਮਨੁੱਖ ਦੇ ਅੰਦਰ ਸਤੋਗੁਣ, ਇਹ ਵਿਸ਼ਨੂੰ ਹੈ। ਬਣਾਉਣ ਦੀ ਰੁਚੀ ਬ੍ਰਹਮਾ ਹੈ। ਤੇ ਯਕੀਨ ਜਾਣੋ ਮਨੁੱਖ ਹੀ ਨਾਸ ਕਰਦਾ ਹੈ ਔਰ ਮਨੁੱਖ ਹੀ ਨਾਸ ਕਰਨ ਦੇ ਸਾਜ਼ੋ ਸਮਾਨ ਬਣਾਉਂਦਾ ਹੈ। ਕਿਉਂ ਬਣਾਉਂਦਾ ਹੈ? ਮਨੁੱਖ ਦੇ ਅੰਦਰ ਤਮੋ ਗੁਣ ਹੈ। ਐਟਮ ਬੰਬ ਮਨੁੱਖ ਬਣਾ ਰਿਹਾ ਹੈ, ਹਾਈਡਰੋਜਨ ਬੰਬ ਮਨੁੱਖ ਬਣਾ ਰਿਹਾ ਹੈ, ਬਸਤੀਆਂ ਦੀਆਂ ਬਸਤੀਆਂ ਮਨੁੱਖ ਨੇ ਉਜਾੜੀਆਂ ਨੇ, ਸ਼ਹਿਰਾਂ ਦੇ ਸ਼ਹਿਰ ਮਨੁੱਖ ਨੇ ਤਬਾਹ ਕੀਤੇ ਨੇ, ਮੁਲਕਾਂ ਦੇ ਮੁਲਕ ਗਰਕ ਕੀਤੇ ਨੇ ਤਾਂ ਮਨੁੱਖ ਨੇ ਹੀ ਕੀਤੇ ਨੇ। ਕਿਉਂ? ਕਿ ਮਨੁੱਖ ਦੇ ਅੰਦਰ ਤਮੋ ਗੁਣ ਵੀ ਹੈ। ਸਿਰਫ ਮਕਾਨ ਬਣਾਉਂਦਾ ਨਹੀਂ, ਮਕਾਨ ਢਾਂਦਾ ਵੀ ਹੈ। ਸਿਰਫ ਇਹ ਸ਼ਹਿਰ ਤਾਮੀਰ ਨਹੀਂ ਕਰਦਾ, ਸ਼ਹਿਰਾਂ ਨੂੰ ਅੱਗ ਵੀ ਲਾਉਂਦਾ। ਸਿਰਫ ਬਸਤੀਆਂ ਬਸਾਉਂਦਾ ਨਹੀਂ ਬਲਕਿ ਮਨੁੱਖ ਬਸਤੀਆਂ ਉਜਾੜਦਾ ਵੀ ਹੈ। ਜਦ ਰਜੋਗੁਣ ਪ੍ਰਧਾਨ ਹੁੰਦਾ ਹੈ ਤਾਂ ਕੁਝ ਬਣਾਉਂਦਾ ਹੈ, ਤੇ ਜਦ ਤਮੋ ਗੁਣ ਪ੍ਰਧਾਨ ਹੁੰਦਾ ਹੈ ਕੁਝ ਵਿਗਾੜਦਾ ਹੈ। ਜਦ ਸਤੋਗੁਣ ਪ੍ਰਧਾਨ ਹੁੰਦਾ ਹੈ ਤਾਂ ਉਸਾਰੇ ਹੋਏ ਦੀ ਪਾਲਣਾ ਕਰਦਾ ਹੈ, ਉਹਨੂੰ ਟਿਕਾਉਣ ਦੀ ਜੋ ਹੈ ਕੋਸ਼ਿਸ਼ ਕਰਦਾ ਹੈ। ਸਾਹਿਬ ਕਹਿੰਦੇ ਨੇ ਇਹ ਤਿੰਨੇ ਗੁਣ ਬ੍ਰਹਮਾ ਵਿਸ਼ਨ ਮਹੇਸ਼ ਨੇ ਔਰ ਮਨੁੱਖ ਦੇ ਅੰਦਰ ਨੇ, ਔਰ ਇਸੇ ਨਾਲ ਹੀ ਸਮੁੱਚੇ ਸੰਸਾਰ ਦੀ ਕਾਰ ਚੱਲ ਰਹੀ ਹੈ, ਵਿਹਾਰ ਚੱਲ ਰਿਹਾ ਹੈ, ਸਮਗਰ ਜੋ ਹੈ ਜਗਤ ਚੱਲ ਰਿਹਾ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਿਰ ਮੂਲ ਉਪਦੇਸ਼ ਮਨੁੱਖ ਆਪਣੇ ਸ਼ੁਭ ਕਰਮਾਂ ਕਰਕੇ ਪ੍ਰਮਾਤਮਾ ਦੇ ਨੇੜੇ ਹੈ, ਅਸ਼ੁਭ ਕਰਮਾਂ ਕਰਕੇ ਦੂਰ ਹੈ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜੋ ਪ੍ਰਮਾਤਮਾ ਦੇ ਨੇੜੇ ਹੈ ਉਹ ਸਵਰਗ ਦੇ ਨੇੜੇ ਹੈ, ਜੋ ਪ੍ਰਮਾਤਮਾ ਤੋਂ ਦੂਰ ਹੈ ਉਹ ਨਰਕ ਦੇ 'ਚ ਹੈ। ਜੋ ਪ੍ਰਮਾਤਮਾ ਦੇ ਨੇੜੇ ਹੈ ਉਹ ਪ੍ਰਕਾਸ਼ ਦੇ 'ਚ ਹੈ, ਜੋ ਪ੍ਰਮਾਤਮਾ ਤੋਂ ਦੂਰ ਹੈ ਅੰਧਕਾਰ ਦੇ 'ਚ ਹੈ। ਜੋ ਪ੍ਰਮਾਤਮਾ ਦੇ ਨੇੜੇ ਹੈ ਆਨੰਦ ਦੇ 'ਚ ਹੈ, ਜੋ ਪ੍ਰਮਾਤਮਾ ਤੋਂ ਦੂਰ ਹੈ ਉਹ ਦੁੱਖ ਦੇ 'ਚ ਹੈ। ਨੇੜਤਾ ਸੁਖ ਹੈ, ਦੂਰੀ ਦੁੱਖ ਹੈ। ਨੇੜਤਾ ਪ੍ਰਕਾਸ਼ ਹੈ, ਦੂਰੀ ਅੰਧਕਾਰ ਹੈ। ਔਰ ਜੋ ਮਨੁੱਖ ਜਿਤਨਾ ਦੂਰ ਚਲਾ ਜਾਏਗਾ ਉਤਨਾ ਅੰਧਕਾਰ ਵਿੱਚ ਭਟਕ ਜਾਏਗਾ। ਇਸ ਵਾਸਤੇ ਗੁਰੂ ਨਾਨਕ ਦੀ ਦ੍ਰਿਸ਼ਟੀ ਵਿੱਚ ਪ੍ਰਮਾਤਮਾ ਇੱਕ ਨੂਰ ਹੈ, ਇੱਕ ਚਾਨਣਾ ਹੈ। ਚਾਂਦਨਾ ਚਾਂਦਨ ਆਂਗਨ ਪ੍ਰਭ ਜੀਉ ਅੰਤਰ ਚਾਂਦਨਾ। ਨਾਮ ਜਪਤ ਕੋਟ ਸੂਰ ਉਜਾਰਾ ਬਿਨ ਸੇ ਭਰਮ ਅੰਧੇਰਾ। ਨਾਮ ਜਪਦਿਆਂ ਜਪਦਿਆਂ ਕਰੋੜਾਂ ਸੂਰਜਾਂ ਵਰਗਾ ਚਾਨਣਾ ਹੋ ਜਾਂਦਾ ਹੈ, ਕਿਉਂਕਿ ਪ੍ਰਮਾਤਮਾ ਚਾਨਣ ਹੈ, ਪ੍ਰਮਾਤਮਾ ਪ੍ਰਕਾਸ਼ ਹੈ, ਪ੍ਰਮਾਤਮਾ ਆਨੰਦ ਹੈ, ਅਕਾਲ ਪੁਰਖ ਖੁਸ਼ੀ ਹੈ। ਦੂਰੀ ਅੰਧਕਾਰ ਹੈ ਔਰ ਜੈਸੇ ਜੈਸੇ ਮਨੁੱਖ ਦੀ ਦੂਰੀ ਹੁੰਦੀ ਹੈ ਭਟਕਣਾ ਸ਼ੁਰੂ ਹੁੰਦੀ ਹੈ, ਦੁੱਖ ਤੇ ਸੰਤਾਪ ਸ਼ੁਰੂ ਹੁੰਦਾ ਹੈ। ਅਜੋਕੇ ਯੁੱਗ ਦੇ ਵਿੱਚ, ਅਜੋਕੇ ਸਮੇਂ ਦੇ ਵਿੱਚ ਮਨੁੱਖਤਾ ਨੂੰ ਦੁਖੀ ਦੇਖ ਕੇ ਕਹਿਣਾ ਪੈਂਦਾ ਹੈ ਕਿ ਰੱਬ ਤੋਂ ਦੂਰ ਨੇ, ਪ੍ਰਮਾਤਮਾ ਤੋਂ ਦੂਰ ਨੇ, ਕਿਉਂਕਿ ਘਰ ਘਰ ਦੇ ਵਿੱਚ ਦੁੱਖ, ਹਰ ਵਿਅਕਤੀ ਕੋਲ ਦੁੱਖ, ਤੇ ਦੁੱਖ ਦੀ ਅਗਨ ਦੇ ਵਿੱਚ ਸਾਰੇ ਦਾ ਸਾਰਾ ਸੰਸਾਰ ਜਲ ਰਿਹਾ ਹੈ। ਗੱਲ ਸਪਸ਼ਟ ਹੋ ਗਈ, ਦੂਰੀ ਹੈ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਗੁਰੂ ਨਾਨਕ ਦੀ ਕੋਸ਼ਿਸ਼ ਜਗਤ ਕਿਸੇ ਤਰੀਕੇ ਨਾਲ ਨੇੜੇ ਹੋਵੇ, ਤੋ ਨੇੜੇ ਦਾ ਸਾਧਨ ਆਪ ਨੇ ਸੱਚ ਦਾ ਜਪ ਦੱਸਿਆ। ਗੁਰੂ ਨਾਨਕ ਦੀ ਪਹਿਲੀ ਬਾਣੀ ਦਾ ਨਾਮ ਜਪ ਹੈ, ਤੇ ਗੁਰੂ ਨਾਨਕ ਦੀ ਮੂਲ ਸਿੱਖਿਆ ਤੇ ਦੀਕਸ਼ਾ ਜਪ ਹੈ। ਜੋ ਜਪ ਕਰਦਾ ਜਾਏਗਾ, ਜੋ ਉਸ ਦਾ ਨਾਮ ਆਪਣੀ ਜ਼ਬਾਨ ਤੇ ਰੱਖ ਕੇ ਰਟਨ ਕਰਦਾ ਜਾਏਗਾ, ਨੇੜੇ ਹੋ ਜਾਏਗਾ। ਔਰ ਜੋ ਨੇੜੇ ਹੋ ਜਾਏਗਾ ਉਹ ਪ੍ਰਕਾਸ਼ ਦੇ 'ਚ ਚਲਾ ਜਾਏਗਾ, ਕਿਉਂਕਿ ਸੱਚ ਇੱਕ ਪਰਮ ਸ਼ਕਤੀ ਹੈ, ਤੇ ਜਿਹੜਾ ਉਸ ਸ਼ਕਤੀ ਦੇ ਨੇੜੇ ਚਲਾ ਗਿਆ ਉਹ ਮਹਾਨ ਸ਼ਕਤੀਮਾਨ ਹੋ ਜਾਏਗਾ। ਜਦ ਮਨੁੱਖ ਕਿਸੇ ਮਹਾਨ ਮਨੁੱਖ ਦੇ ਨੇੜੇ ਹੋ ਜਾਂਦਾ ਹੈ, ਕਿਸੇ ਹੁਕਮਰਾਨ ਜਾਂ ਰਾਜੇ ਦੇ ਨੇੜੇ ਹੋ ਜਾਂਦਾ ਹੈ, ਤਾਂ ਰਾਜੇ ਦੇ ਨੇੜੇ ਹੋਣ ਕਰਕੇ ਉਸ ਦਾ ਵੀ ਸਨਮਾਨ ਹੁੰਦਾ ਹੈ। ਤੇ ਜੋ ਰਾਜਿਆਂ ਦੇ ਮਹਾਰਾਜੇ ਪਰਿਪੂਰਨ ਪ੍ਰਮਾਤਮਾ ਦੇ ਨੇੜੇ ਹੋ ਜਾਏ ਤਾਂ ਕੁਦਰਤੀ ਗੱਲ ਹੈ, ਫਿਰ ਸਨਮਾਨ ਉਸ ਦਾ ਵੀ ਹੋਵੇਗਾ, ਪ੍ਰਤਿਸ਼ਠਾ ਉਸ ਦੀ ਵੀ ਹੋਵੇਗੀ, ਮਹਾਨਤਾ ਉਸ ਦੀ ਵੀ ਹੋਵੇਗੀ। ਗੁਰੂ ਨਾਨਕ ਦੀ ਇਹ ਕੋਸ਼ਿਸ਼ ਰਹੀ ਕਿ ਮਨੁੱਖ ਜਪ ਕਰਕੇ ਉਸ ਸੱਚ ਦੇ ਨੇੜੇ ਹੋਵੇ, ਤੇ ਜਪ ਹੀ ਸ਼ੁਭ ਕਰਮਾਂ ਦੇ ਚੋਂ ਸ਼ੁਭ ਕਰਮ ਹੈ, ਔਰ ਜਪ ਨਾ ਕਰਨਾ ਹੀ ਅਸ਼ੁਭ ਕਰਮ ਹੈ। ਤੇ ਅਸ਼ੁਭ ਕਰਮ ਨਾਲ ਦੂਰੀ ਹੈ, ਸ਼ੁਭ ਕਰਮ ਨਾਲ ਨੇੜਤਾ ਹੈ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਗੁਰੂ ਨਾਨਕ ਦਾ ਮੂਲ ਸੰਦੇਸ਼ ਉਪਦੇਸ਼ ਕਿ ਮਨੁੱਖ ਉਸ ਸੱਚ ਦੇ ਨੇੜੇ ਹੋਵੇ, ਉਸ ਨੂਰ ਦੇ ਨੇੜੇ ਹੋਵੇ, ਔਰ ਆਪ ਦੀ ਦਇਆ, ਆਪ ਦੀ ਕਿਰਪਾ, ਆਪ ਦੀ ਪ੍ਰੇਰਨਾ ਹਰ ਜੀਵ ਨੂੰ ਇਹੀ ਰਹੀ ਵੀ ਕਿਸੇ ਤਰੀਕੇ ਨਾਲ ਜੀਵ ਸੱਚ ਦੇ ਨੇੜੇ ਹੋਵੇ।